ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਜਿਹਵਾ ਗੁਣ ਗੋਬਿੰਦ ਭਜੋ, ਕਰਨ ਸੁਨੋ ਹਰਿ ਨਾਮ। ਕਹੋ ਨਾਨਕ ਸੁਨ ਰੇ ਮਨਾ, ਪਰਹਿ ਨਾ ਜਮ ਕੈ ਤਾਮ। ਜਿਹਵਾ ਗੁਣ ਗੋਬਿੰਦ ਭਜੋ, ਕਰਨ ਸੁਨੋ ਹਰਿ ਨਾਮ। ਕਹੋ ਨਾਨਕ ਸੁਨ ਰੇ ਮਨਾ, ਪਰਹਿ ਨਾ ਜਮ ਕੈ ਤਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਹਜ਼ੂਰ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੱਜ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਹਜ਼ੂਰ ਦੇ 21ਵੇਂ ਸ਼ਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਸਨਮੁਖ ਅਰਦਾਸ ਬੇਨਤੀ ਕਰੀਏ। ਦਾਤਾਰ ਆਪ ਜੀ ਆਪਣੇ ਸ਼ਬਦ ਦੀ ਕਿਰਪਾ ਰਹਿਮਤ ਵਰਤਾਓ, ਅੰਦਰੋਂ ਹਜ਼ੂਰੀ ਦੀ ਦਾਤ ਬਖਸ਼ ਦਿਓ। ਅੰਗ ਸੰਗਤਾ ਆਪ ਜੀ ਬਖਸ਼ ਦਿਓ, ਤਾਂ ਜੋ ਆਪ ਜੀ ਦੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਭੈ ਭਾਵਨਾ ਵਿੱਚ ਰਹਿ ਕੇ ਕਰ ਸਕੀਏ। ਸਾਧ ਸੰਗਤ, ਦੇਸ਼ ਪ੍ਰਦੇਸ਼ ਵਿੱਚ ਬੈਠੇ ਆਪ ਸਮੂਹ ਸਤ ਸੰਗੀ, ਪਿਆਰ ਸਹਿਤ ਅਸੀਸ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰਾਂ ਨੇ ਕੱਲ ਦੇ ਸ਼ਲੋਕ ਵਿੱਚ ਬਖਸ਼ਿਸ਼ ਕੀਤੀ ਸੀ ਕਿ ਇਸ ਕਲਯੁਗ ਦੇ ਸਮੇਂ ਵਿੱਚ ਮਨੁੱਖ ਦੇ ਅੰਦਰ ਦੇ ਜਿਹੜੇ ਭੈ ਨੇ, ਜਿਸ ਨੂੰ ਅਸੀਂ ਮੈਲਾ ਭਉ ਵੀ ਕਿਹਾ ਸੀ, ਉਹ ਭੈ ਖਤਮ ਕਰਕੇ ਪਰਮੇਸ਼ਵਰ ਤੇ ਇਸ ਭੈ ਦੀ ਜਿਹੜੀ ਜੜ ਹੈ, ਜਿਸ ਨੂੰ ਅਸੀਂ ਦੁਰਮਤ ਬਾਬਾ ਜੀ ਦੀ ਬਾਣੀ ਚੋਂ ਪੜ੍ਹਨੇ ਖਾਂ, ਦੁਰਮਤ ਔਰ ਭੈ ਦਾ ਨਾਸ਼ ਕਰ ਦਿੱਤਾ ਤੇ ਉਹ ਕੀਤਾ ਇਸ ਕਲਯੁਗ ਵਿੱਚ ਪਰਮੇਸ਼ਵਰ ਜੀ ਦੇ ਹਰੀ ਕੇ ਨਾਮ ਨੇ।
ਤੇ ਜਿਹੜੇ ਦਿਨ ਰਾਤ ਉਸ ਮਾਲਕ ਦੇ ਨਾਮ ਦੇ ਵਿੱਚ ਜੁੜੇ ਹੋਏ ਨੇ, ਉਹਨਾਂ ਦੀ ਜ਼ਿੰਦਗੀ ਦੇ ਕਾਜ ਪਾਰ ਬ੍ਰਹਮ ਪਰਮੇਸ਼ਵਰ ਜੀ ਸਫਲ ਕਰ ਰਹੇ ਨੇ। ਅੱਜ ਦੋ ਸ਼ਲੋਕ ਵਿਚਾਰ ਅਧੀਨ ਹੈ। ਪਹਿਲਾਂ ਆਪਾਂ ਇਸ ਦੇ ਅਰਥ ਕਰਨੇ ਖਾਂ। ਹਜ਼ੂਰ ਨੇ ਫਰਮਾਇਆ, ਜਿਹਬਾ ਗੁਣ ਗੋਬਿੰਦ ਭਜੋ। ਜਿਹਬਾ ਦਾ ਲਫ਼ਜ਼ੀ ਅਰਥ ਅਸੀਂ ਜ਼ਬਾਨ ਕਹਿ ਲਈਏ, ਜੀਭ ਕਹਿ ਲਈਏ, ਜਿਹਵਾ ਸ਼ਬਦ ਵਰਤ ਲਈਏ ਜਾਂ ਰਸਨਾ ਸ਼ਬਦ ਵਰਤ ਲਈਏ। ਸਤਿਗੁਰੂ ਕਹਿੰਦੇ ਨੇ ਆਪਣੀ ਜਿਹਵਾ ਨਾਲ, ਆਪਣੀ ਜ਼ਬਾਨ ਨਾਲ, ਆਪਣੀ ਰਸਨਾ ਨਾਲ ਗੁਣ ਗੋਬਿੰਦ ਭਜੋ। ਗੋਬਿੰਦ ਦਾ ਅਰਥ ਧਰਤੀ ਨੂੰ ਸਹਾਰਾ ਦੇਣ ਵਾਲਾ, ਇਸ ਦਾ ਅਰਥ ਪਰਮੇਸ਼ਵਰ ਵਾਹਿਗੁਰੂ ਜੀ। ਗੁਣ ਦਾ ਅਰਥ ਉਹਦੇ ਪਰਉਪਕਾਰ, ਉਹਦੀਆਂ ਵਡਿਆਈਆਂ। ਭਜੋ ਦਾ ਲਫ਼ਜ਼ੀ ਅਰਥ ਅਸੀਂ ਸਾਰੇ ਸਮਝਦੇ ਹਾਂ, ਜਪੋ, ਉਸ ਨੂੰ ਯਾਦ ਕਰੋ, ਜ਼ਬਾਨ ਤੋਂ ਬੋਲੋ। ਹਜ਼ੂਰ ਕਹਿ ਰਹੇ ਨੇ, ਜਿਹਵਾ ਗੁਣ ਗੋਬਿੰਦ ਭਜੋ। ਭਾਈ ਆਪਣੀ ਜ਼ਬਾਨ ਤੋਂ ਸੰਬੋਧਨ ਕਰ ਰਹੇ ਨੇ, ਗੋਬਿੰਦ ਦੇ ਗੁਣਾਂ ਨੂੰ ਗਾਇਨ ਕਰੋ, ਉਸ ਦੇ ਜਾਪ ਨੂੰ ਜਪੋ। ਹਜ਼ੂਰ ਫਿਰ ਅਗਲਾ ਬਚਨ, ਕਰਨ ਸੁਣੋ ਹਰ ਨਾਮ। ਕਰਨ ਦਾ ਮਤਲਬ ਕੰਨ, ਕੰਨਾਂ ਨਾਲ ਤੁਸੀਂ ਸੁਣੋ। ਕੀ ਸੁਣੋ? ਹਰ ਨਾਮ, ਖਰੀ ਦੇ ਨਾਮ ਨੂੰ, ਪਰਮੇਸ਼ਵਰ ਦੇ ਨਾਮ ਨੂੰ। ਇਹ ਸ਼ਲੋਕ ਦੀ ਪਹਿਲੀ ਤੁਕ ਹੈ, ਜਿਹਬਾ ਗੁਣ ਗੋਬਿੰਦ ਭਜੋ। ਜ਼ਬਾਨ ਨਾਲ ਗੋਬਿੰਦ ਦੇ ਗੁਣਾਂ ਨੂੰ ਯਾਦ ਕਰੋ, ਉਸ ਦੇ ਗੁਣ ਗਾਓ। ਕਰਨ ਸੁਣੋ ਹਰ ਨਾਮ, ਤੇ ਕੰਨਾਂ ਨਾਲ ਉਸ ਪਰਮਾਤਮਾ ਦੇ ਨਾਮ ਨੂੰ ਸੁਣੋ। ਫਿਰ ਇਹਦਾ ਫਲ ਕੀ ਹੈ? ਦੋ ਕੰਮ ਤੂੰ ਇਨਸਾਨ ਕਰ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਅਗਲੀ ਗੱਲ ਮੈਂ ਤੈਨੂੰ ਗਰੰਟੀ ਨਾਲ ਲਿਖ ਕੇ ਦੇਣਾ ਪਿਆ। ਇਹ ਬੜੀ ਵੱਡਾ ਮੈਂ ਸ਼ਬਦ ਵਰਤਿਆ, ਦਾਅਵੇ ਨਾਲ ਇਹ ਗੱਲ ਲਿਖ ਕੇ ਦਿੰਦੇ ਪਏ ਆ ਕਿ ਜਿਹਬਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ। ਕਹੋ ਨਾਨਕ ਸੁਣ ਰੇ ਮਨਾ। ਐ ਮੇਰੇ ਮਨਾ, ਤੂੰ ਗੱਲ ਧਿਆਨ ਨਾਲ ਸੁਣ, ਤਵੱਜੋ ਦੇ ਕੇ ਸੁਣ। ਕੀ ਹੋਵੇਗਾ? ਪਰਹਿ ਨਾ ਜਮ ਕੈ ਧਾਮ। ਪਰਹਿ ਨਾ ਜਮ ਕੈ ਧਾਮ, ਤੂੰ ਨਹੀਂ ਕਦੀ ਡਿੱਗੇਗਾ। ਜਮ ਦਾ ਅਰਥ ਸਾਰੇ ਅਸੀਂ ਜਾਣਨੇ ਹਾਂ ਕਿ ਮੌਤ, ਜਾਂ ਇਉਂ ਕਹਿ ਲਈਏ ਇਨਸਾਨ ਲਈ ਮੌਤ ਲੈ ਕੇ ਆਇਆ ਜਮਦੂਤ। ਪਰਹਿ ਨਾ ਜਮ ਕੈ ਧਾਮ। ਧਾਮ ਦਾ ਅਰਥ ਹੈ ਘਰ, ਜਮ ਕੈ ਜਮ ਦੇ। ਧਾਮ ਦਾ ਅਰਥ ਕੀਤਾ ਘਰ। ਜੇ ਤੂੰ ਜ਼ਬਾਨ ਨਾਲ ਪਰਮਾਤਮਾ ਦੇ ਗੁਣ ਗਾਏ ਤੇ ਕੰਨਾਂ ਨਾਲ ਪਰਮੇਸ਼ਵਰ ਦੇ ਨਾਮ ਨੂੰ ਸੁਣੇ, ਦੋ ਕੰਮ ਤੂੰ ਆਪਣੀ ਜ਼ਿੰਦਗੀ 'ਚ ਇਮਾਨਦਾਰੀ ਨਾਲ ਕਰ ਲੈ। ਇਮਾਨਦਾਰੀ ਮੈਂ ਸ਼ਬਦ ਕਿਉਂ ਵਰਤਿਆ ਦੀ ਅੱਗੇ ਬੇਨਤੀ ਕਰਨਾ। ਇਮਾਨਦਾਰੀ ਨਾਲ ਇਹ ਦੋ ਕੰਮ ਤੂੰ ਰੋਜ਼ ਜ਼ਿੰਦਗੀ 'ਚ ਕਰ ਲੈ। ਗੁਰੂ ਤੇਗ ਬਹਾਦਰ ਕਹਿੰਦੇ, ਉਹ ਮੇਰੇ ਮਨਾ, ਜਮਾ ਦੇ ਘਰ ਵਿੱਚ ਨਹੀਂ ਜਾਏਗਾ, ਤੂੰ ਪਰਮੇਸ਼ਵਰ ਦੇ ਧਾਮ ਵੀ ਜਾਏਗਾ, ਜਮਾ ਦੇ ਧਾਮ 'ਚ ਨਹੀਂ ਜਾਏਗਾ। ਮੇਰੀ ਬੇਨਤੀ ਹੈ, ਇੱਥੇ ਸਤਿਗੁਰਾਂ ਨੇ ਦੋ ਸ਼ਬਦ ਕਿਹਾ ਸਾਨੂੰ ਕਰਮ ਕਰਨ ਲਈ। ਇੱਕ ਜ਼ਬਾਨ ਨਾਲ, ਰਸਨਾ ਨਾਲ ਉਹਦੇ ਗੁਣ ਗਾਉਣੇ, ਤੇ ਕੰਨਾਂ ਨਾਲ ਉਸ ਨੂੰ ਸੁਣਨਾ। ਜਦੋਂ ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਆ ਅੰਮ੍ਰਿਤ ਬਾਣੀ ਦੇ, ਪਿਛਲੇ ਦਿਨੀ ਵੀ ਮੈਂ ਆਪ ਨੂੰ ਅਰਜ਼ ਕੀਤੀ, ਜਦੋਂ ਆਇਆ ਸੀ ਪਾਂਚ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ, ਉਸ ਦਿਨ ਵੀ ਆਪ ਜੀ ਦੇ ਸਨਮੁਖ ਮੈਂ ਬੇਨਤੀ ਕੀਤੀ ਸੀ ਕਿ ਇਹ ਜਿਹੜੀ ਪਰਮਾਤਮਾ ਨੇ ਸਾਨੂੰ ਢਾਂਚਾ ਦਿੱਤਾ ਹੈ, ਜਿਹੜਾ ਸਰੀਰ ਦਿੱਤਾ ਹੈ, ਇਹ ਇੱਕ ਬੜੀ ਪਰਮਾਤਮਾ ਦੀ ਅਦੁੱਤੀ ਸ਼ਬਦ ਵਰਤਾਂ, ਅਦੁੱਤੀ ਬਖਸ਼ਿਸ਼ ਹੈ ਇਸ ਧਰਤੀ ਦੇ ਉੱਤੇ ਮਾਨਵੀ ਸਰੀਰ। ਉੱਥੇ ਫਿਰ ਇੱਕ ਬੇਨਤੀ ਕੀਤੀ ਸੀ ਕਿ ਸਾਡੇ ਇਸ ਸਰੀਰ ਦੇ ਜਿਹੜੇ ਇੰਦਰੇ ਇਹ ਕੰਮ ਕਰਦੇ ਆ। ਕੋਈ ਸਰੀਰ ਦੇ ਹਿੱਸਾ ਉਹ ਅੰਗ ਨੇ ਜਿਹੜੇ ਦ੍ਰਿਸ਼ਟਮਾਨ ਵਿੱਚ ਸਾਨੂੰ ਨਜ਼ਰ ਆਉਂਦੇ ਨੇ, ਤੇ ਕੁਝ ਜਿਨ੍ਹਾਂ ਨੂੰ ਅਸੀਂ ਇੰਟਰਨਲ ਪਾਰਟ ਕਹਿੰਦੇ ਆ, ਜਾਂ ਇਸ ਚਮੜੀ ਦੇ ਥੱਲੇ ਜਿਹੜੇ ਅੰਗ ਨੇ, ਅੰਗ ਪ੍ਰਤੀ ਅੰਗ,
ਉਹ ਦਿਸਦੇ ਨਹੀਂ ਪਰ ਉਹ ਕੰਮ ਕਰਦੇ ਪਏ ਆ। ਜਿਹੜੇ ਬਾਹਰ ਮੁਖੀ ਨੇ ਉਹਨਾਂ ਇੰਦਰੀਆਂ ਨੂੰ, ਪੰਜਾਂ ਨੂੰ ਕਰਮ ਇੰਦਰੀ ਕਹਿੰਦੇ ਨੇ ਤੇ ਪੰਜਾਂ ਨੂੰ ਗਿਆਨ ਇੰਦਰੀ ਕਹਿੰਦੇ ਆ। ਉਸ ਦਿਨ ਅਸੀਂ ਵਾਚਿਆ ਸੀ, ਮੈਂ ਤਾਂ ਥੋੜ੍ਹੀ ਰਿਪੀਟ ਕਰ ਰਿਹਾ ਕਿ ਜਿਹੜੀ ਕਥਾ ਪਹਿਲਾਂ ਹੋ ਜਾਂਦੀ ਹੈ, ਜੇ ਦੁਬਾਰਾ ਸ਼ਲੋਕ ਰਿਪੀਟ ਹੁੰਦਾ ਹੈ ਜਾਂ ਉਹਦਾ ਦੁਹਰਾਓ ਹੁੰਦਾ ਹੈ ਤੇ ਮੈਂ ਯਤਨ ਕਰਨਾ ਵੀ ਉਹ ਗੱਲ ਫਿਰ ਚੇਤੇ ਕਰਾਈ ਜਾਏ ਵੀ ਇਹ ਗੱਲ ਆਪਾਂ ਪਿਛਲੇ ਦਿਨੀ ਕੀਤੀ ਹੈ। ਹੁਣ ਅਰਜ਼ ਕਹੇ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ। ਜਿਹੜੇ ਸਾਡੇ ਪੰਜ ਗਿਆਨ ਇੰਦਰੇ ਨੇ ਉਹਨਾਂ ਵਿੱਚ ਸਾਡੇ ਨੇਤਰ, ਸਾਡੀ ਨਾਸਕਾ, ਸਾਡੇ ਕੰਨ ਤਿੰਨ ਹੋ ਗਏ ਤੇ ਸਾਡੀ ਜ਼ਬਾਨ। ਜਿਹੜੀ ਜ਼ਬਾਨ ਹੈ ਰਸਨਾ ਹੈ, ਇਹਨੂੰ ਗਿਆਨ ਇੰਦਰੇ ਵਿੱਚ ਮੰਨਿਆ ਹੈ ਤੇ ਜਿਹੜਾ ਮੂੰਹ ਦਾ ਪੂਰਾ ਢਾਂਚਾ ਇਹਨੂੰ ਕਰਮ ਇੰਦਰੇ ਵਿੱਚ ਮੰਨਿਆ ਹੈ। ਅੱਖਾਂ, ਨੱਕ, ਕੰਨ ਤਿੰਨ ਤੇ ਸਾਡੀ ਜ਼ਬਾਨ ਚਾਰ ਤੇ ਪੰਜਵੀਂ ਸਾਡੇ ਪੈਰ ਦੇ ਅੰਗੂਠੇ ਤੋਂ ਲੈ ਕੇ ਪੂਰੇ ਦਾ ਪੂਰਾ ਸਰੀਰ ਜਿਸ ਚਮੜੀ ਨੇ, ਤੁਚਾ ਨੇ, ਸਕਿਨ ਨੇ ਢੱਕਿਆ ਹੋਇਆ ਹੈ, ਇਹ ਸਾਡਾ ਪੰਜਵਾਂ ਗਿਆਨ ਇੰਦਰਾ ਹੈ। ਉਸ ਤੋਂ ਬਾਅਦ ਸਾਡੇ ਪੰਜ ਕਰਮ ਇੰਦਰੇ ਨੇ। ਸਾਡੇ ਪੰਜ ਕਰਮ ਇੰਦਰੀਆਂ ਦੇ ਵਿੱਚ ਸਾਡਾ ਮੂੰਹ ਜੋ ਹੈ ਇਹ ਕਰਮ ਇੰਦਰਾ ਹੈ, ਜ਼ਬਾਨ ਗਿਆਨ ਇੰਦਰਾ ਹੈ, ਮੂੰਹ ਕਰਮ ਇੰਦਰਾ ਹੈ। ਦੂਸਰੇ ਸਾਡੇ ਹੱਥ ਕਰਮ ਇੰਦਰਾ ਹੈ। ਤੀਸਰੇ ਸਾਡੇ ਪੈਰ ਕਰਮ ਇੰਦਰੇ ਨੇ। ਚੌਥੇ ਜਨਨ ਇੰਦਰੀ, ਜਿਸ ਰਾਹੀਂ ਜਨਮ ਹੁੰਦਾ ਹੈ, ਉਹ ਕਰਮ ਇੰਦਰਾ ਹੈ। ਤੇ ਪੰਜਵਾਂ ਹੈ ਮਲ ਦੁਆਰ, ਜਿਸ ਰਾਹੀਂ ਸਾਡੇ ਸਰੀਰ ਦਾ ਮਲ ਖਾਰਜ ਹੁੰਦਾ ਹੈ। ਉਹਨਾਂ ਨੂੰ ਅਸੀਂ ਪੰਜ ਕਰਮ ਇੰਦਰੇ ਕਹਿੰਦੇ ਆ। ਇਹ ਪੰਜ ਗਿਆਨ ਇੰਦਰੇ ਨੇ। ਅਗਲੀ ਗੱਲ, ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਮਨ ਦੇ ਟਿਕਾ ਦੀ, ਮਨ ਦੇ ਖਿੰਡਾ ਦੀ ਜਾਂ ਮਨ ਦੇ ਚੰਗੇ ਪਾਸੇ ਚੱਲਣ ਦੀ ਗੱਲ ਕੀਤੀ ਗਈ ਤੇ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਨੇ ਨਾ ਤਾਂ ਜ਼ਿਆਦਾ ਨੱਕ ਦਾ ਵਰਣਨ ਕੀਤਾ ਤੇ ਨਾ ਗੁਰੂ ਗ੍ਰੰਥ ਸਾਹਿਬ ਜੀ, ਕਿਉਂਕਿ ਨੱਕ ਜਿਹੜਾ ਗਿਆਨ ਇੰਦਰਾ ਮੈਂ ਅਰਜ਼ ਕੀਤੀ, ਨਾ ਤਾਂ ਜ਼ਿਆਦਾ ਨੱਕ ਨੂੰ ਸੰਬੋਧਨ ਕੀਤਾ ਤੇ ਨਾ ਸਤਿਗੁਰੂ ਨੇ ਇਕੱਲੀ ਚਮੜੀ ਨੂੰ, ਤੁਚਾ ਨੂੰ ਸੰਬੋਧਨ ਕੀਤਾ ਵੀ ਗਿਆਨ ਇੰਦਰਾ। ਜਦੋਂ ਵੀ ਸਤਿਗੁਰੂ ਮਨ ਦੇ ਟਿਕਾ ਦੀ, ਬਾਣੀ ਦੇ ਰਸ ਦੀ ਜਾਂ ਮਨ ਦੇ ਖਿੰਡਾ ਦੀ ਗੱਲ ਕਰਨਗੇ ਤੇ ਸਿਰਫ ਸਤਿਗੁਰੂ ਜ਼ਿਆਦਾਤਰ ਤਿੰਨ ਗਿਆਨ ਇੰਦਰੀਆਂ ਨੂੰ ਸੰਬੋਧਨ ਕਰਨਗੇ। ਇੱਥੋਂ ਤੱਕ ਕਿ ਆਨੰਦ ਸਾਹਿਬ ਦੀ ਬਾਣੀ ਵਿੱਚ ਵੀ ਇਹਨਾਂ ਤਿੰਨਾਂ ਨੂੰ ਮੁਖਾਤਬ ਕੀਤਾ। ਚਲੋ ਪੂਰਾ ਸਰੀਰ ਤਾਂ ਕਿਹਾ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਜਾਂ ਦੂਸਰੀ ਪੌੜੀ ਕਹੀ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ। ਪਰ ਜਿਹੜੇ ਤਿੰਨ ਗਿਆਨ ਇੰਦਰੀਆਂ ਨੂੰ ਸੰਬੋਧਨ ਕੀਤਾ ਉਸ ਵਿੱਚ ਪਹਿਲਾ ਇਹ ਰਸਨਾ, ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਦੂਸਰਾ ਸੰਬੋਧਨ ਕੀਤਾ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਤੀਸਰਾ ਸੰਬੋਧਨ ਕੀਤਾ ਇਹ ਸਰਵਣ ਹੋ ਮੇਰਿਓ, ਸਾਚੈ ਸੁਣਨਾ ਨੌ ਪਠਾਏ, ਸਾਚੈ ਸੁਣਨਾ ਨੌ ਪਠਾਏ, ਸਰੀਰ ਲਾਏ ਸੁਣੋ ਸਤਬਾਣੀ। ਜਿਤ ਸੁਣੀ ਮਨ ਤਨ ਖਰਿਆ ਹੋਵਾ, ਰਸਨਾ ਰਸ ਸਮਾਣੀ। ਮੈਂ ਬੇਨਤੀ ਕਰਾਂ, ਇਹਦੇ ਵਿੱਚ ਰਸਨਾ ਨੂੰ ਸੰਬੋਧਨ ਕੀਤਾ, ਇਹਦੇ ਵਿੱਚ ਨੇਤਰਾਂ ਨੂੰ ਸੰਬੋਧਨ ਕੀਤਾ, ਇਸ ਵਿੱਚ ਸਾਡੇ ਕੰਨਾਂ ਨੂੰ ਸੰਬੋਧਨ ਕੀਤਾ। ਪਰ ਗਿਆਨ ਇੰਦਰਾ ਤਾਂ ਨੱਕ ਵੀ ਹੈ, ਨਾਸਕਾਂ ਨੂੰ ਸੰਬੋਧਨ ਨਹੀਂ ਕੀਤਾ। ਗਿਆਨ ਇੰਦਰਾ ਸਾਡੀ ਤੁਚਾ ਵੀ ਹੈ, ਇਹਨੂੰ ਵੀ ਸੰਬੋਧਨ ਨਹੀਂ ਕੀਤਾ। ਮੈਂ ਇਸ ਕਰਕੇ ਬੇਨਤੀ ਕਰ ਰਿਹਾ, ਸਾਡੇ ਅੰਦਰ ਜਿੰਨੀ ਕੁ ਜਾਣਕਾਰੀ ਮਨ ਨੂੰ ਪਹੁੰਚਾਈ ਜਾ ਰਹੀ ਹੈ ਉਹ ਤਕਰੀਬਨ ਸਭ ਤੋਂ ਜ਼ਿਆਦਾ ਜਿਹੜਾ ਯੋਗਦਾਨ ਹੈ, ਜਾਂ ਇਉਂ ਕਹਿ ਲਓ ਸਭ ਤੋਂ ਜ਼ਿਆਦਾ ਜਿਹੜਾ ਅੰਦਰ ਦਾ ਖੰਡਾ ਟਿਕਾ ਹੈ, ਉਹ ਤਿੰਨ ਗਿਆਨ ਇੰਦਰੀਆਂ 'ਤੇ ਖਲੋਤਾ ਹੋਇਆ ਹੈ। ਇੱਥੇ ਸਤਿਗੁਰੂ ਨੇ ਅੱਜ ਦੋ ਦਾ ਜ਼ਿਕਰ ਕੀਤਾ ਹੈ, ਕਿਉਂਕਿ ਆਪਾਂ ਵਿਸ਼ੇ 'ਚ ਰਹਾਂਗੇ। ਜੇਬਾ ਗੁਣ ਗੋਬਿੰਦ ਭਜੋ, ਆਪਣੀ ਜ਼ਬਾਨ ਦੇ ਨਾਲ ਗੋਬਿੰਦ ਦੇ ਗੁਣਾਂ ਨੂੰ ਜਪੋ, ਬੋਲੋ, ਉਹਦੇ ਗੁਣ ਗਾਓ। ਤੇ ਦੂਸਰਾ, ਗਾਉਣ ਤੋਂ ਬਾਅਦ ਕਰਨ ਸੁਣੋ ਕਰਨਾਮ, ਆਪਣੇ ਕੰਨਾਂ ਨਾਲ ਉਸ ਨੂੰ ਸੁਣੋ। ਗੁਰੂ ਸਵਾਰਿਓ, ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਏਦੂ ਵੱਡੀ ਬਖਸ਼ਿਸ਼ ਜੇ ਅਸੀਂ ਅੱਜ ਕਹਿੰਦੇ ਹਾਏ ਮੌਤ ਦਾ ਭੈ, ਜਮਦੂਤ ਦਾ ਭੈ, ਕਿਵੇਂ ਬਚੀਏ, ਅਸੀਂ ਅਗਾਂ ਕਿਤੇ ਮੁਕਤ ਹੋ ਜਾਵਾਂਗੇ, ਕਦੀ ਜਮਾ 'ਤੇ ਨਹੀਂ ਪੈ ਜਾਵਾਂਗੇ, ਕਦੀ ਦੋਜ਼ਖ 'ਤੇ ਨਹੀਂ ਪੈ ਜਾਵਾਂਗੇ, ਕਿਤੇ ਨਰਕ ਦੀ ਅੱਗ 'ਚ ਨਹੀਂ ਸੜਾਂਗੇ। ਮੇਰਾ ਖਿਆਲ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਇਸ ਬਚਨ ਨੂੰ ਮੰਨ ਲਈਏ, ਦੋ ਗੱਲਾਂ 'ਤੇ ਜ਼ਿੰਦਗੀ 'ਚ ਪਹਿਰਾ ਦੇ ਦਈਏ ਬਈ ਮੈਂ ਜ਼ਬਾਨ ਨਾਲ ਗੁਰੂ ਜਪਣਾ ਹੈ ਤੇ ਕੰਨਾਂ ਨਾਲ ਗੁਰੂ ਸੁਣਨਾ ਹੈ। ਇਹਨਾਂ ਦੋ ਗਿਆਨ ਇੰਦਰੀਆਂ ਨਾਲ ਹੀ ਤੇਰੀ ਜਮਾ ਦੀ ਬੰਦ ਖਲਾਸੀ ਹੋ ਜਾਏਗੀ।
ਤੂੰ ਜਮਾਂ ਦੇ ਘਰ ਤੋਂ ਮੁਕਤ ਹੋ ਜਾਏਗਾ। ਹੁਣ ਦੋਨਾਂ ਬਾਰੇ ਮੈਂ ਬਾਣੀ 'ਚੋਂ ਆਪ ਨੂੰ ਬੇਨਤੀ ਕਰਨੀ ਹੈ ਕਿ ਰਸਨਾ ਨਾਲ ਕਿਆ ਉਹਨੂੰ ਗਾ। ਦੇਖੋ, ਗੁਰੂ ਗ੍ਰੰਥ ਸਾਹਿਬ ਵਿੱਚ ਰਸਨਾ ਦੇ ਦੋ ਪੱਖ ਰੱਖੇ ਆ। ਇੱਕ ਪੱਖ ਰੱਖਿਆ ਹੈ ਜਦੋਂ ਇਹ ਪਰਮੇਸ਼ਵਰ ਦੇ ਨਾਮ ਨੂੰ ਨਹੀਂ ਜਪਦੀ ਤੇ ਇਹਦੀ ਹਾਲਤ ਕਿੰਨੀ ਮੰਦੀ ਹੈ। ਦੂਜੇ ਪਾਸੇ ਰੱਖਿਆ ਜਦੋਂ ਇਹ ਨਾਮ ਜਪਦੀ ਹੈ ਤੇ ਅੰਦਰ ਬਖਸ਼ੀਸ਼ ਕਿੰਨੀ ਵਰਦੀ ਹੈ। ਮੈਂ ਨੈਗੇਟਿਵ ਅਪਰੋਚ ਨਹੀਂ ਲਾਂਗਾ, ਪਰ ਇਹਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ। ਸਤਿਗੁਰੂ ਦੀ ਅੰਮ੍ਰਿਤ ਬਾਣੀ ਸ਼ਲੋਕ ਸਹਿਸਕ੍ਰਿਤੀ ਵਿੱਚ ਹਜ਼ੂਰ ਦਾ ਇੱਕ ਸ਼ਲੋਕ ਹੈ। ਇਹ ਸ਼ਲੋਕ ਹੈ, ਹੇ ਜੇਭੇ ਹੇ ਰਸਗੇ ਮਧੁਰ ਪ੍ਰੈ ਤੋਇੰ। ਫਿਰ ਬੇਨਤੀ ਸੁਣੋ, ਹੇ ਜੇਭੇ, ਇਹਦਾ ਅਰਥ ਹੋ ਗਿਆ ਹੇ ਮੇਰੀ ਜੇਵਾ ਜਾਂ ਹੇ ਜ਼ਬਾਨ। ਹੇ ਰਸਗੇ, ਰਸਗੇ ਦਾ ਅਰਥ ਹੈ ਰਸਾਂ ਨੂੰ ਚੱਖਣ ਵਾਲੀਏ। ਹੇ ਜੇਭੇ ਹੇ ਰਸਗੇ ਮਧੁਰ, ਮਧੁਰ ਦਾ ਅਰਥ ਹੈ ਮਿੱਠੇ। ਪ੍ਰੈਂਗ, ਪ੍ਰੈਂਗ ਦਾ ਅਰਥ ਹੈ ਪਿਆਰੇ। ਤੋਇੰਗ ਤੈਨੂੰ। ਸਤਿਗੁਰੂ ਕਹਿ ਰਹੇ ਨੇ ਹੋ ਜ਼ਬਾਨ ਹੋ ਰਸਨਾ, ਤੈਨੂੰ ਮਿੱਠੇ ਪਦਾਰਥ ਬੜੇ ਚੰਗੇ ਲੱਗਦੇ ਆ, ਤੂੰ ਮਿੱਠੇ ਪਦਾਰਥਾਂ ਨੂੰ ਬੜਾ ਪਸੰਦ ਕਰਨੀ ਹੈ। ਹਜ਼ੂਰ ਨੇ ਫਰਮਾਇਆ ਹੇ ਜੇਬੇ ਹੇ ਰਸਗੇ ਮਧੁਰ ਪ੍ਰੈ ਤੋਇੰਗ। ਤੇਰੀ ਇਹ ਪਿਆਸ ਨਹੀਂ ਜਾ ਰਹੀ, ਤੈਨੂੰ ਬੜਾ ਮਿੱਠਾ ਚੰਗਾ ਲੱਗਦਾ ਹੈ। ਆਹ ਪਦਾਰਥ ਜਿਹੜੇ ਨੇ ਤੇਰੇ ਅੰਦਰ ਇੰਨਾ ਲਲਚਾਉਂਦਾ ਹੈ ਕਿ ਮਹਾਰਾਜ ਕਹਿੰਦੇ ਨੇ ਤੈਨੂੰ ਕੁਛ ਵੀ ਚੰਗਾ ਨਹੀਂ ਲੱਗਦਾ, ਤੈਨੂੰ ਸਿਰਫ ਆਪਣਾ ਸਵਾਦ ਹੀ ਚੰਗਾ ਲੱਗਦਾ ਹੈ। ਇਸ ਵਿੱਚ ਮੈਂ ਮਿੱਠੇ ਦਾ ਅਰਥ ਪਿਆਰੇ ਵੀ ਨਾਲ ਕੀਤਾ, ਮਧੁਰ ਪ੍ਰੈ ਤੋਇੰਗ। ਆਹ ਚੀਜ਼ ਮੈਨੂੰ ਪਿਆਰੀ ਲੱਗਦੀ ਹੈ। ਹੇ ਜੇਭੇ ਹੇ ਰਸਗੇ ਮਧੁਰ ਪ੍ਰੈ ਤੋਇੰਗ। ਅਗਲਾ ਬਚਨ ਸਤ ਹਤੰ। ਜਦੋਂ ਸਿਮਰਨ ਦੀ ਗੱਲ ਚੱਲਦੀ ਹੈ ਤੇਰੀ ਮੌਤ ਹੋ ਜਾਂਦੀ ਹੈ। ਮੈਂ ਇੱਕ ਪੱਖ ਰੱਖਿਆ ਵੀ ਜਿਹੜਾ ਨਾਮ ਨਹੀਂ ਜਪਦਾ ਉਹਦੀ ਜ਼ਬਾਨ 'ਚ ਕੀ ਵਰਦਾ ਹੈ। ਹੇ ਜੇਭੇ ਹੇ ਰਸਗੇ ਮਧੁਰ ਪ੍ਰੈ ਤੋਇੰਗ, ਤੈਨੂੰ ਮਿੱਠੇ ਲੱਗਦੇ ਨੇ ਪਦਾਰਥ। ਸਤ ਹਤੰ, ਜਦੋਂ ਸਿਮਰਨ ਦੀ ਗੱਲ ਚੱਲਦੀ ਤੈਨੂੰ ਮੌਤ ਪੈ ਜਾਂਦੀ। ਸੱਚ ਇਸ ਤਰੀ ਹੁੰਦਾ ਹੈ ਜੀ। ਤੁਸੀਂ ਦੇਖੋ, ਬੰਦਾ ਚੁਗਲੀ ਕਰਦਾ ਹੋਵੇ, ਨਿੰਦਿਆ ਕਰਦਾ ਹੋਵੇ, ਐ ਫਟਾਫਟਾਂ 'ਚ ਬੋਲੇਗਾ ਜਿਵੇਂ ਮਸ਼ੀਨ ਚੱਲਦੀ ਹੈ। ਤੇ ਜਦੋਂ ਕਿਤੇ ਵਾਹਿਗੁਰੂ ਸਿਮਰਨ ਦੀ ਗੱਲ ਕਰੋ ਤੇ ਮੇਰਾ ਖਿਆਲ ਹੈ ਜਿਹਨੂੰ ਗੋਲੀ ਲੈ ਕੇ ਵੀ ਨੀਂਦ ਨਾ ਆਉਂਦੀ ਹੋਵੇ ਉਹਨੂੰ ਕਹੋ ਵੀ 5 ਮਿੰਟ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰ ਲਓ, ਉਸੇ ਵੇਲੇ ਧੌਣ ਛੱਡ ਕੇ ਸੌਣ ਲੱਗ ਪਏਗਾ। ਗੁਰੂ ਸਾਹਿਬ ਕਹਿੰਦੇ ਆ ਸੱਚ ਸੀ ਗੱਲ ਕਰਦਿਆਂ ਸਿਮਰਨ ਕਰਦਿਆਂ ਮਰ ਜਾਂਦੀ ਹੈ, ਉੱਥੇ ਇਹਨੂੰ ਮਰੀ ਪੈ ਜਾਂਦੀ ਹੈ। ਸਿੱਧੇ ਸ਼ਬਦ ਹੀ ਨੇ, ਹੇ ਜੇਬੇ ਹੇ ਰਸਗੇ ਮਧੁਰ ਪ੍ਰੈ ਤੋਇੰਗ ਸਤ ਹਤੰ। ਤੂੰ ਮਰ ਜਾਨੀ ਹੈ ਜਦੋਂ ਨਾਮ ਦੀ ਗੱਲ ਚੱਲੇ। ਤੇ ਦੂਜੇ ਪਾਸੇ ਪਰਮ ਬਾਦੰ, ਤੇ ਜਿੰਨੇ ਵੀ ਵੱਡੇ ਤੋਂ ਵੱਡੇ ਝਗੜੇ ਨੇ, ਵੱਡੇ ਤੋਂ ਵੱਡੇ ਵਾਦ ਵਿਵਾਦ ਨੇ, ਜਿੰਨੇ ਵੀ ਕਲੇਸ਼ ਨੇ, ਇਹ ਜ਼ਿਆਦਾਤਰ ਤੇਰੀ ਕਿਰਪਾ ਦੇ ਨਾਲ ਹੁੰਦੇ ਨੇ। ਬਸ ਇੱਕ ਵਾਰੀ ਤੂੰ ਮੂੰਹ ਤੋਂ ਬੋਲਦੇ ਨਹੀਂ ਹੈ, ਬਸ ਉਹ ਫਟ ਕਈ ਵਾਰੀ ਕਈ ਪੀੜ੍ਹੀਆਂ ਤੱਕ ਜਿਹੜਾ ਨਹੀਂ ਭਰਿਆ ਜਾ ਸਕਦਾ, ਕਿਉਂਕਿ ਤੇਰੀ ਸੁਭਾਅ ਹੈ। ਵੱਡੇ ਤੋਂ ਵੱਡਾ ਝਗੜਾ ਹੇ ਜ਼ਬਾਨ ਤੂੰ ਪੈਦਾ ਕੀਤਾ ਹੈ। ਹੇ ਜੇਭੇ ਹੇ ਰਸਗੇ ਮਧੁਰ ਪ੍ਰੈ ਤੋਇੰਗ ਸਤ ਹਤੰ ਪਰਮ ਬਾਦੰ। ਤੂੰ ਜ਼ਬਾਨ ਤੋਂ ਇੱਕ ਵਾਰੀ ਬੋਲ ਦਿੱਤਾ। ਦਾਸ ਕਈ ਵਾਰੀ ਬੇਨਤੀ ਕਰਦਾ, ਬੜੀਆਂ ਵੱਡੀਆਂ ਘਟਨਾਵਾਂ ਜਿਨ੍ਹਾਂ ਵਿੱਚ ਅਨੇਕਾਂ ਲੋਕ ਮਾਰੇ ਗਏ, ਸੱਚ ਵੇ ਇਸ ਜ਼ਬਾਨ ਦੀ ਬੋਲ ਕਰਕੇ ਬਹੁਤ ਵੱਡੇ ਨੁਕਸਾਨ ਹੋਏ। ਦ੍ਰੋਪਦੀ ਨੇ ਇੰਨੀ ਸਿਰਫ ਕਹਿ ਦਿੱਤਾ ਸੀ ਨਾ ਕਿ ਅੰਧ ਕੇ ਅੰਧ ਰਹੇ। ਪਿਆਰਿਓ, ਇਸ ਸ਼ਬਦ ਨੇ ਕਿੱਡੇ ਵੱਡੇ ਇਸ ਯੁੱਧ ਨੂੰ ਜਨਮ ਦੇ ਦਿੱਤਾ। ਮੇਰੇ ਕਹਿਣ ਤੋਂ ਮੁਰਾਦ ਇਕੱਲੇ ਨਹੀਂ, ਵੱਡੇ ਤੋਂ ਵੱਡਾ ਜਿਹੜਾ ਕਲੇਸ਼ ਹੈ, ਵੱਡੇ ਤੋਂ ਵੱਡਾ ਜਿਹੜਾ ਝਗੜਾ ਹੈ, ਮਹਾਰਾਜ ਗੁਰੂ ਅਰਜੁਨ ਦੇਵ ਕਹਿ ਰਹੇ ਨੇ ਕਿ ਤੂੰ ਪੈਦਾ ਕਰਨੀ। ਤੇ ਨਾਲ ਫਿਰ ਅਗਲੇ ਸ਼ਬਦ ਕਹਿੰਦੇ ਆ ਕਿ ਤੂੰ ਸਿਰਫ ਬੋਲ ਕੇ ਖਾਮੋਸ਼ ਹੋ ਜਾਨੀ ਹੈ ਤੇ ਇਹਦੇ ਦੁੱਖ ਸਾਰੇ ਸਰੀਰ ਨੂੰ ਝੱਲਣਾ ਪੈਂਦਾ ਹੈ। ਤੇ ਇੱਕ ਵਾਰੀ ਦਾਸ ਨੇ ਬੇਨਤੀ ਕੀਤੀ ਸੀ, ਇੱਕ ਮਹਾਂਪੁਰਖਾਂ ਦਾ ਬੋਲ ਸੀ, ਉਹ ਕਹਿੰਦੇ ਸਨ ਰਸਨਾ ਬੋਲਣ ਹਾਰੀਏ ਬੋਲੇ ਆਲ ਪਤਾਲ, ਤੂੰ ਤਾਂ ਅੰਦਰ ਵੜ ਗਈ ਛਿੱਤਰ ਸਹੇ ਕਪਾਲ। ਮੈਂ ਫਿਰ ਸ਼ਬਦ ਰਿਪੀਟ ਕਰਨ ਲੱਗਾ, ਬੋਲਣ ਵਾਲੀ ਹੈ ਜਿਹਨੂੰ ਗੁਰੂ ਜੀ ਕਹਿੰਦੇ ਨੇ ਪਰਮ ਬਾਦੰ, ਵੱਡੇ ਤੋਂ ਵੱਡਾ ਝਗੜਾ ਪੈਦਾ ਕੀਤਾ। ਬੋਲਣ ਵਾਲੀ ਹੈ ਜ਼ਬਾਨੇ, ਬੋਲਣ ਵਾਲੀ ਹੈ ਰਸਨੇ, ਤੂੰ ਵੇਖਦੀ ਨਹੀਂ ਬੋਲਦਿਆਂ ਸੋਚਦੀ ਨਹੀਂ। ਬੋਲਣਾ ਰਸਨਾ ਬੋਲਣ ਹਾਰੀਏ ਬੋਲੇ ਆਲ ਪਤਾਲ, ਜੋ ਗੁੱਸੇ 'ਚ ਆਇਆ ਤੂੰ ਬਾਹਰ ਕੱਢ ਦਿੱਤਾ। ਤੇ ਮਹਾਰਾਜ ਕਹਿੰਦੇ ਤੂੰ ਤਾਂ ਅੰਦਰ ਵੜ ਗਈ। ਉਹ ਗੁਰਮੁਖ ਕਹਿ ਰਹੇ ਸਨ ਵੀ ਤੂੰ ਤਾਂ ਬੋਲ ਕੇ ਮੂੰਹ ਦੇ ਆਲੇ 'ਚ ਵੜ ਗਈ, ਛਿੱਤਰ ਸਹਿ ਕਪਾਲ। ਤੇਰੇ ਬੋਲਣ ਦੀ ਸਜ਼ਾ ਜਿਹੜੀ ਹੈ ਬੰਦੇ ਦੇ ਸਿਰ ਨੂੰ ਮਿਲਦੀ ਪਈ ਹੈ।
ਇਹਦਾ ਮਤਲਬ ਗੁਰੂ ਜੀ ਵੀ ਕਹਿ ਰਹੇ ਆ ਕਿ हे जेबे हे रस गे, महाराज कह रहे ने कि तू सिमरन वेले मर जानी है, झगड़े वेले खड़ी हो जानी। हे जेबे हे रस गे मधुर प्रै तुअंग, सत हतंग परम बादंग। हुण ये नहीं महाराज ने कला नैगेटिव पख रहा, अगली गल ध्यान नाल सुनियो। महाराज कहते हैं अवर्थ इतै, संस्कृत विच है अवर्थ इतै, ये बोल मुड़ मुड़ के बोल, दोबारा दोबारा बोल। तो ये किसी भी टीकाकार दे अर्थ पढ़ियो, ये लफ्ज़ यही ने कि मुड़ मुड़ के बोल, अवर्थ इथै, ये बोल दोबारा दोबारा, शुद्ध अक्षर ने आ शुद्ध अक्षर बोल केड़े जी, गोबिंद दामोदर माधव है। हे जबान तू वार वार रिपीट कर, मुड़ मुड़ के बोल। किनू बोल? गोबिंद नू। किनू बोल? दामोदर नू। किनू बोल? माधव नू। ਇਹਦਾ मतलब ये तिन्ने दे तिन्ने शब्द गुरु ग्रंथ साहिब विच एक ओंकार दे नाम ਲਈ ਵਰਤੇ ਗਿਆ। मार वार वार मुड़ मुड़ के दोबारा दोबारा बारंबार जे जपना है तो शुद्ध अक्षर ये बोल, ਇਹਦੇ ਨਾਲ तेरा भला हो जाएगा। इस ਵਿੱਚ सतगुਰਾਂ ने दोनों पक्ष रख दिते। थोड़ा जिहा आओ गुरु साहिब की बाणी विचों ही, क्योंकि वार वार ये गल रिपीट करनी भी तोता रटन कोई कहता कोई ये कहता है, तो मेरा मन कई बार हुण कहता बना किन्ने साल हो गया बस यही जवाब दई जाने, तोता रटन नहीं आ जवाब नहीं। मेरा ख्याल है जेड़े भरोसा रखते हैं जपन का, हुण उन्हां नूं इस गल वल ध्यान नहीं देना चाहिए। उन्हां नूं चाहिए भी अगां प्रैक्टिकल तौर पर गुरु चरनां च अरदास करके जप के अगे निकलीए। सतगुरु ने कहा भी अपनी रसना दे नाल तुसीं जपो, अपनी जबान दे नाल जपो। पर कुछ साडे मन च फुरने उठदे आ जदों असीं सुनने आ कि असीं जे जबान नाल जपांगे, रसना नाल जपांगे ते इहदा फायदा की होवेगा। ते उंज अपने कोल, मैं रोज़ कह रहा अपने कोल अजकल समा है, जिन्हां ने कदी भी नहीं जपिया अपने घर दे किसे कमरे च एक थां ते थां ना रोज़ बदलियो। हुण इहदा एक कारण है, जिसने जाप करना, जाप करन दे कुछ परहेज ने, जाप करन वास्ते कुछ उद्यम करना पैंदा है। मैं अज सिर्फ इन्नी बेनती करांगा, जिन्हें जपना है वो रोज़ रोज़ अपनी थां ना बदले, क्योंकि एक जगह ते बैठ के जे आपां जपांगे उंज चलदियां फिरदियां भी नाम है। जदों असी साधना कर रहे हैं, अभ्यास कर रहे हैं, एक जगह ते बैठ के जपांगे, जेड़ा औरा जां आबा मंडल साडे शरीर दा वासना विच है, सिमरन करदियां करदियां उस जगह दा औरा अपने आप चेंज हो जाएगा। तो जदों दोबारा दूजे दिन उस जगह ते अभ्यास करन जाएंगे, पहले दिन दा कीता होया अभ्यास साडे शरीर दे खिंडे कोई मन नूं इक्को दम टिका देगा, सुरत खिंडेगी नहीं। देखो जिस दिन साडा संसार नाल संबंध बनिया, क्योंकि अज गुरु जी ने पहली गल कही रसना नाल जपो, जिस दिन साडा संसार नाल पहला संबंध बनिया, पहला तो माँ दे उदर विच है, जदों जन्म होया साडियां अखां सन, पर साडे अखां नूं ये पहचान नहीं सी भी ये जिहड़ी बलदी हुई अग है ये फुल नहीं। इस करके बेसमझी करके बच्चा 2-2.5 साल तक भी माँ पकड़दी पई वो बलदी हुई अग नूं रंग समझ के पकड़ना चाहता है, वो सप नूं खिलौना खिडौना समझ के पकड़ना चाहता है। इसदा मतलब अखां विच देखण दी जोत है, पर समझ नहीं कि जिन्हों मैं हाथ च पकड़ लगा ये मेरे मौत का कारण बनेगी। अखां सन वेखने दृष्ट, पर समझ नहीं। कन्ना भी शब्द पैंदा है, समझ पैन लग पैंदी है, ये माँ ये बाप ये भैन भरा है। पैर सन पर चल नहीं सा सकते जमदे, हथ सन पर कर्म नहीं सा कर सकते, चेतना जरूर सी सारे अंगां च। पर प्यारे सब तो पहला इंसान नूं जे समझ पई माँ दे कुख चों पेट तो जन्म लैण तो बाद, सब तो पहला बाबा नानक सतगुरु कहंदे ने कि इंसान नूं समझ पई अपने माँ दे दुध दी। चलो मैं माँ दे शब्द वरत्या, उन्होंने कोई एक कला दुध ही क्या, महाराज जी ने चलो ये शब्द वरत्या है, पहले प्यार लगा थन दुध, माँ शब्द नहीं वरत्या, पहला माँ दी समझ पई। माँ दा समझदा दूजा पड़ाक है, पहला प्यार लगा थन दुध, दूजे माए बाप की सुध, दुध तो बाद सुध आई, सुध तो बाद फिर बुध आई। फिर मेरी बेनती है कि सब तो पहला
कोई इंसान है, गोरा काला, मुसलमान, हिंदू, सिख, ईसाई, मुसाई, जो भी है, सब तो पहला इंसान दे जन्म तो बाद इंसान नूं जिहड़ी समझ पई, उहनूं ये समझ पई कि मां दे दुੱਧ नूं चुंगण दी। पहला उन्हें कर्म कित्थों कीता? मैं फिर बेनती की, हालांकि मल खारजो कर रहा बच्चा, पर उन्होंने ये पता नहीं मेरा कर्म इंद्रा। पर जदों यही बच्चा 1 घंटे का बच्चा, अद्धे घंटे का बच्चा जन्म तो बाद माँ अपने सीने ना लांदी है, ना कोई दाई, ना कोई नर्स, ना कोई डॉक्टर, ना कोई घर दी बजुर्ग, ये थोड़ा सिखाती है लियाओ बच्चे नूं पहला 4 महीने 5 महीने सिखावांगे ਤਾਂ ਇਹਨੂੰ ਦੁੱਧ ਚੁੰਗਣ ਦੀ ਜਾਚ ਆਉਣੀ ਹੈ। नहीं प्यारिओ, ना माँ सिखाती है, ना दाई सिखाती है, ना कोई नर्स ते डॉक्टर सिखाता है। बच्चे नूं भुख लगती है कुदरती तौर पर, माँ अपने सीने नाल लांदी है, बच्चा अपने मूँह नाल माँ दा दुੱਧ चुंगण लग पैंदा है। पेट विच भुख होवे ते दुੱਧ चुंगण दी जाच अपने आप आ जाती है। प्यारिओ, अंदर रब नूं पाण दी भुख होवे ते आ तर्क कुतर्क मर जाते ने, जपण दी जाप भी अपने आप ही आ जाती है। दुੱਧ कदी किसी ने सिखाया बच्चे नूं पीण वास्ते? अपने आप समझ पै जाती दुੱਧ चुंगण दी। जिहड़ी अगली मैं बेनती कर लगा उत्थे है, पहला प्यार लगा थन दुੱਧ। शरीर दे विकास दा पहला शुरुआत पड़ा जां पहली शुरुआत वो माँ दा दुੱਧ चुंगण नाल होई। ते जदों असीं गुरु ग्रंथ साहिब अध्यात्म रूहानी इस सागर च टुब्बी मारने आ, आप सब नूं पहला पता है, सब तो पहला गुरु ने जिहड़ा साधन दस्सिया वो जप है। जपजी साहिब जिन्हों असीं कहने, जे संसारी तौर ते शरीर ने विकास करना है ते माँ दे दुੱਧ नूं मूँह नाल, मूँह कर्म इंद्रे नाल चुंग के तेरे एक एक नस विच वो दुੱਧ दी ताकत पहुँच जाती है। ते जे मना तू परमात्मा दे घर जाना चाहना है ते सब तो पहली गल अपनी रसना नाल, अपनी जेवा नाल, अपने मूँह नाल उस करतार दे नाम नूं जप। माँ दे दुੱਧ दे अर्थ नाम ही पता होण ते दुੱਧ रोम रोम विच ताकत जरूर देगा। तेनू रब दे शब्दां दे अर्थ ना भी पता होण, तू प्रैक्टिकल जपना शुरू कर दे, कोरा अनपढ़ भी होवे ते नाम तेरे रोम रोम विच जरूर जाएगा। ताई महाराज जी ने बाणी विच कहा, जो प्राणी गोबिंद ध्यावै, पढ़िया अनपढ़िया परमगत भावै। हुण जिहड़ा जप है, असी जदों जपने खां, कुछ ये शंके वाले सवाल नहीं, एक ख्याल है कि देखो जी, तुसी जबान नाल वाहिगुरू 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 कही जाते हो, तो इसका की बनेगा? पढ़े लिखे फिर कह देंगे हैं जी ये मकैनिकल रैपीटेशन है, ये दोहराओ है मशीनी। फिर कई ये भी सज्जन कह देंगे जी खंड खंड ख्या थोड़ा जवाब आ जाना। मान लो तुसी जबान नाल खंड 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 कही जाओ तो इनू स्वाद थोड़ा होना, खंड तो बिना किवें जी मिठी हो जाएगी। मैं सिर्फ एक बेनती करांगा, इस गल नूं आप जी ध्यान नाल सुनियो, खंड की तुलना नाम नाल ना करिए। जीव ते खंड दो चीज़ां ने। जबान नाल मैं खंड कह रहा पर खंड कोल नहीं, यही तर्क है ना कि जबान नाल मैं खंड खंड कह रहा पर खंड कोल नहीं, पास नहीं। तो अगला तर्क सही कर रहे भी जे खंड खंड कह रहे हो, जदों खंड कोल ही नहीं, नेड़े नहीं, जबान ते रखी नहीं, खंड खंड कहते मिठा कित्थे आ जाऊगा स्वाद? हाँ, तर्क ठीक होदा, पर ये खंड कोल नहीं। पर याद रखियो, जिन्हों असी वाहिगुरू कहने वो खंड की तरह नहीं, वो हर शरीर दे अंदर निरंकार आप व्यापक है। खंड बाहरों लियानी पैंदी है। तू जबान नाल वाहिगुरू वाहिगुरू जप, वो खंड की तरह बाहरों लियाउण दी लोड़ नहीं। हो प्यारिया, सच्ची मुच्ची जपद्या तेरे अंदरों ही रस प्रगट कर देंदा है। ठीक है तेरा भी तू खंड खंड क्या, खंड तो बाहरों आउंदी, पर निरंकार थोड़ा बाहरों होना। वो करतार कहो, निरंकार कहो, रब कहो, वाहिगुरू जी कहो, वो तेरे शरीर विच रमिया है। जदों तू उन्होंने आवाज़ मारेगा, सच एवे कि वार वार वाहिगुरू वाहिगुरू क्या, हर सिमरन में आप निरंकारा, ना मैं अंदर खाऊं वसां। परमात्मा कहता मैं तो नाम दे विच वसना हाँ। इस करके भाई ये हासो ही नहीं जी बात, खंड बाहर का विषय, खंड वखरा विषय, बोल वखरा विषय।
खंड खंड कहने मैं फिर बेनती करन नूं समझिओ, खंड बाहर दा पदार्थ है। निरंकार इस तरह पदार्थ थोड़ा जिहा किचन च पिया भी असीं वैगुरू वैगुरू कहांगे, की फायदा पहला किचन चों वैगुरू लिआओ। नहीं प्यारिओ, बेनती है कि वो साडे अंदर रमिया है। जदों असीं जबान नाल बोलने खां ते सच्चे पातशाह कहंदे ने वो प्रगट हुंदा है। हुण जबान नाल वाहिगुरू शब्द कहना, गुरबाणी दा कीर्तन करना, गुरबाणी दे शब्द पढ़ने, गुरबाणी नूं जपना, नितनेम करना, सब कुछ गोबिंद दे गुणां विच आ जांदा है। एक गल बड़ी सोहनी कही सी भाई डल्ला जी ने। भाई डल्ला सिंह गुरु गोबिंद सिंह जी नूं कुछ प्रश्न कीते उन्हें अध्यात्मकता दे, पर उहदे विच एक सवाल सी उहदा, उहनूं प्रोफैसर पूरन सिंह उन्हां ने अपनी रचना विच लिखिया है। वो कहंदे ने भाई डल्ला पुछदा सच्चे पातशाह बाणी और नाम च की अंतर है, बाणी और नाम च की अंतर है। ते धन गुरु गोबिंद सिंह महाराज उत्तर दिंदे आ बाणी नाम, नाम बाणी नाम। फिर सुनियो, नाम बाणी नाम। नाम जपने खां ते मन खिंडदा होवे बाणी वाले पासे जुड़िए। बाणी पढ़द्या ओहदे विच भी बाणी विच भी करता आप है। ये बाणी जो जियो जाने तिस अंतर रवै खरनामा। वाहिगुरू शब्द भी ओहदा नाम है जो गुरमत नाम है। नाम खंडा बनता होवे, बाणी पढ़ो मन टिकेगा। जदों टिके फिर तुर अंदरों अपने आप वो नाम चलेगा। ये विच उदाहरण देंदे आ महाराज, कहंदे आ कि जिहड़ा नाम है, बाणी है, ये तीर है साडे अंदर नूं धुर विन दा डलिया। ये तीर दी तरह अंदर वजदी है ते जदों तीर अंदर आत्मा च विरल पांदा है ते अंदर टिके नाल जदों कोई नाम जपदा है, नाम ओदी आत्मा नूं परमात्मा नाल ठेका दिंदा है। मैं बेनती करां भाई गुरसिखो, गुरु जी कहंदे आ अपनी जेवा दे नाल परमात्मा दे नाम नूं जपो, ओदे गुण गाओ। उस दे गुण गाउण दे एक तो है निजी, एक है जमाती। उंज वैसे गुरबाणी ने ਜਿਹੜੇ गुण गाउणा सिमरन जप ਜਿਹੜਾ है ਇਹਦੇ ਵੱਖ-ਵੱਖ ਪੜਾਅ ਦਿੱਤੇ ਨੇ। ਸਭ ਤੋਂ ਪਹਿਲਾਂ ਕਿ ਜ਼ਬਾਨ ਨਾਲ ਬੋਲ ਕੇ ਜਪਣਾ। उंज पुराने शास्त्रकार कहते सन 3 तरह का जप है, पर आप जो गुरबाणी ने क्या भी देखांगे। वो कहते सन पहला जप है उपांसु, दूसरा जप है वाचक, ते तीसरा जप वो कहते सन मानसक। जां इउं कह लिए वाचक, उपांसु ते मानसक। वाचक का अर्थ है कि जदों अपनी जबान तो उच्ची धुनी ला के गाउणा जां किसी साज नूं नाल लै के गाउणा, उहनूं कहंदे सन वाचक। ये बोल रहे ते उपांसु का अर्थ है कि अपने गले विच, अपने मूँह विच, अपने बुल्लां विच सिर बुल खिलने, ओदा सिमरन, ओदा नाम जपी जाना। ते मानसिक है जिहड़ा थाट दे तौर ते, फुरने दे तौर ते साडे मन विच अपने आप ही चलिया जा रहा है। ये पुराने शास्त्रकार कहते सन। पर जो गुरु ग्रंथ साहिब जी ने कहा आप सतगुरु की बाणी चो लेना, जेवा गुण गोबिंद भजो। किवें भजो? ते अगे गुरु जी ने कहा करन सुनो खरनाम, जबान नाल जपो, उन्हों नाल नाल कन नाल सुनी जाओ। जदों जबान थकदी दिसे ते जबान बंद कर दईए ते सच एवे कि बोलिया होया कन्ना ने, मन ने ध्यान नाल सुनिया होवे, जबान बंद हो जाएगी, पर कन्ना विच ओ नाम दी आवाज़ अपने आप ही गूंजदी जाएगी। महाराज जी कहंदे आ जेवा गुण गोबिंद भजो, जपो नूं रसना दे नाल। इसे करके गुरु जी ने बाणी च कहा कि बारंग बार बार प्रभ जपिए। वार वार इत्थे ये नहीं कहा 200 वारी 300 वारी, इत्थे तां गुरु ने कहा वार वार बारंग बार बार प्रभ जपिए, पी अमृत ए मन तन त्रपिए। चाह सतगुरु ने कहा रसना जपिए एक नाम, जेवा गुण गोबिंद भजो। रसना जपिए एक नाम, इया सुख आनंद घना आगे जी कै संग काम। रसना गुण गोपाल निध गायन, तू रसना नल गोबिंद दे गुण गा। शांत सहज रहस मन उपजो, सगले दुख पलायन, तू रसना नल जपेगा, तेरे अंदर ये बरकत वरतेगी। इत्थे एक बेनती होर है जी, देखो ये सतगुरां ने बख्शिश की। ये जिहड़ा नाम वाहिगुरू गुरमंत्र है,
ਇਹ ਗੁਰੂ ਨਾਨਕ ਸਾਹਿਬ ਜੀ ਨੇ ਆਪ ਕਰਤਾਰਪੁਰ ਦੀ ਧਰਤੀ ਤੇ ਜਪਾਇਆ ਪਿਆਰਿਓ। ਇਹ ਸ਼ਬਦ ਭਾਈ ਗੁਰਦਾਸ ਸਾਹਿਬ ਜੀ ਦੇ ਮੁਤਾਬਕ ਕਿ ਸਤਨਾਮ ਸਤ ਰੂਪ ਕਰ ਸਤਿਗੁਰੂ ਨਾਨਕ ਦਿਓ ਜਪਾਇਆ। ਭਾਈ ਗੁਰਦਾਸ ਸਾਹਿਬ ਜੀ, ਸਤਨਾਮ ਸਤ ਰੂਪ ਕਰ ਸਤਿਗੁਰੂ ਨਾਨਕ ਦਿਓ ਜਪਾਇਆ। ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸੱਚ ਖੰਡ ਵਸਾਇਆ। ਤੇ ਅੱਗੇ ਸਤਿਗੁਰੂ ਜੀ ਦੇ ਬਾਰੇ ਭਾਈ ਜੀ ਕਹਿੰਦੇ ਨੇ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਇਹ ਸ਼ਬਦ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਸਾਨੂੰ ਸੁਣਾਇਆ। ਅੰਮ੍ਰਿਤ ਵੇਲੇ ਇਹ ਸ਼ਬਦ ਦਾ ਜਾਪ ਹੁੰਦਾ ਹੈ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਜਦੋਂ ਇਹ ਰਸਨਾ ਨਾਲ ਸ਼ੁਰੂ ਕਰਨੇ ਆ, ਬੇਨਤੀ ਜ਼ਬਾਨ ਜਪੇਗੀ। ਜ਼ਬਾਨ ਦਾ ਜਪਿਆ ਹੋਇਆ ਆਪਣੇ ਆਪ ਸਾਡੇ ਸਰੀਰ ਦੇ ਅੰਦਰ એનર્ਜੀ ਪਹੁੰਚਾਈ ਜਾਏਗਾ। ਇਹਨੂੰ ਸਮਝਣ ਲਈ ਮੈਂ 2-3 ਉਦਾਹਰਨਾਂ ਸਿਰਫ ਦੇਣੀਆਂ ਚਾਹੁੰਦਾ। ਅਸੀਂ ਰੁੱਖ ਦੀਆਂ ਮੋਟੀਆਂ ਜੜ੍ਹਾਂ 'ਚ ਪਾਣੀ ਦਿੰਦੇ ਹਾਂ। ਰੁੱਖ ਦੀਆਂ ਜੜ੍ਹਾਂ 'ਚ ਪਾਣੀ ਦਿੱਤਾ ਜਾਂਦਾ। ਕਦੀ ਕਿਸੇ ਬੰਦੇ ਨੇ ਪੱਤੇ ਖੋਲ੍ਹ ਕੇ ਪਾਣੀ ਉਹਦੀਆਂ ਟਾਹਣੀਆਂ 'ਚ ਪਾਇਆ? ਫਲ ਨੂੰ ਇੰਜੈਕਸ਼ਨ ਲਾਏ ਨੇ ਪਾਣੀ ਦੇ? ਨਹੀਂ। ਜਦੋਂ ਰੁੱਖ ਦੀਆਂ ਜੜ੍ਹਾਂ ਦੇ ਵਿੱਚ ਆਪਾਂ ਪਾਣੀ ਦੇ ਦਈਏ ਤੇ ਜੜ੍ਹਾਂ ਦੇ ਰਾਹੀਂ ਪਾਣੀ ਆਪਣੇ ਆਪ ਪੂਰੇ ਰੁੱਖ ਦੇ ਇੱਕ ਇੱਕ ਹਿੱਸੇ ਵਿੱਚ ਸਮਾ ਜਾਂਦਾ ਹੈ। ਪਿਆਰਿਓ, ਇਸ ਰਸਨਾ ਉੱਤੇ ਗੁਰੂ ਨਾਨਕ ਦੀ ਬਖਸ਼ਿਸ਼ ਬਾਣੀ ਸ਼ਬਦ ਨੂੰ ਟਿਕਾ ਕੇ ਜਪੀਏ। ਜਿਵੇਂ ਜੜ੍ਹ 'ਚ ਗਿਆ ਹੋਇਆ ਪਾਣੀ ਪੂਰੇ ਰੁੱਖ ਵੀ ਸਮਾ ਜਾਂਦਾ ਹੈ ਤੇ ਜ਼ਬਾਨ ਨਾਲ ਜਪਿਆ ਹੋਇਆ ਵਾਹਿਗੁਰੂ ਸਰੀਰ ਦੇ ਰੋਮ ਰੋਮ ਵੀ ਸਮਾ ਜਾਂਦਾ ਹੈ। ਸਿੱਧੀ ਜਿਹੀ ਇੱਕ ਉਦਾਹਰਨ ਹੈ। ਦੂਸਰਾ, ਅਸੀਂ ਜ਼ਬਾਨ ਨਾਲ ਭੋਜਨ ਛਕਨੇ ਹਾਂ, ਪਰ ਸਾਨੂੰ ਖਾਂਦਿਆਂ ਪਤਾ ਹੈ ਭੋਜਨ 15 ਮਿੰਟ 20 ਮਿੰਟ ਭੋਜਨ ਉਹਨਾਂ ਪਤਾ ਹੈ, ਪਰ ਉਸ ਤੋਂ ਬਾਅਦ ਸਾਨੂੰ ਪਤਾ ਹੈ ਇਸ ਭੋਜਨ 'ਚੋਂ એનર્ਜੀ ਕਿਵੇਂ ਵੱਖ-ਵੱਖ ਅੰਗਾਂ ਜਾ ਰਹੀ ਹੈ। ਇਹਦੇ ਵਿੱਚੋਂ ਆਇਰਨ ਕਿਵੇਂ ਨਿਕਲ ਰਿਹਾ ਹੈ, ਇਹਦੇ 'ਚੋਂ ਵਿਟਾਮਿਨਸ ਕਿਵੇਂ ਨਿਕਲ ਰਹੇ ਨੇ, ਇਹਦੇ ਵਿੱਚੋਂ ਖੂਨ ਕਿਵੇਂ ਵਗ ਰਿਹਾ ਹੈ। ਮੈਂ ਸਿਰਫ ਇੱਕ ਉਦਾਹਰਨ ਦੇ ਰਿਹਾ ਪਿਆਰਿਓ, ਇਹਨੂੰ ਪਰਮਾਰਥ ਨਾਲ ਜੋੜੀਏ। ਜੇ ਜ਼ਬਾਨ ਨਾਲ ਖਾਧਾ ਹੋਇਆ 10 ਮਿੰਟ ਦਾ ਭੋਜਨ ਤਨ ਦੇ ਅੰਦਰ ਰੋਮ ਰੋਮ ਵਿੱਚ ਰਚ ਜਾਂਦਾ ਹੈ। ਗੁਰਮੁਖੋ, ਵਾਹਿਗੁਰੂ ਸ਼ਬਦ ਜਪਿਆ ਜਦੋਂ ਦਾਤਾ ਤਰਸ ਕਰਦਾ ਤੇ ਰੋਮ ਰੋਮ ਜ਼ਬਾਨ ਬਣ ਕੇ ਬੋਲਦਾ ਹੈ। ਸਤਿਗੁਰੂ ਨੇ ਅੱਜ ਕਿਹਾ ਕਿ ਰਸਨਾ ਨਾਲ ਤੁਸੀਂ ਜਪੋ। ਤੇ ਇਹੀ ਕਾਰਨ ਗੁਰੂ ਨਾਨਕ ਸਾਹਿਬ ਦਾ ਸ਼ਬਦ, ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧ ਹੈ ਕੋ ਜਾਵੋ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਹੁਣ ਅਗਲੇ ਜਪੋ ਕਿਵੇਂ? ਹੁਣ ਇਹ ਵੀ ਹੈ ਨਾ ਵੀ ਵਾਹਿਗੁਰੂ ਵਾਹਿਗੁਰੂ ਜਪ ਰਿਹਾ। ਮੈਂ ਫਿਰ ਵੀ ਕਹਿਣਾ ਪਿਆਰਿਓ, ਕੋਈ ਜਪਦਾ ਤੇ ਪਿਆ ਹੈ ਨਾ। ਅਸੀਂ ਕਹਾਂਗੇ ਪਖੰਡੀ ਜੀ ਦੰਭੀ ਜੀ, ਉਹ ਰੱਬ ਤਾਂ ਇੰਨਾ ਬੇਅੰਤ ਹੈ। ਇੱਕ ਰਾਜੇ ਦੀ ਬੇਟੀ ਦੀ ਪ੍ਰਾਪਤੀ ਲਈ ਇੱਕ ਪਖੰਡੀ ਨੇ ਭਗਵਾਨ ਦਾ ਵੇਸ਼ ਧਾਰਨ ਕੀਤਾ। ਰੱਬ ਨੇ ਉਸ ਪਖੰਡੀ ਦੀ ਇੱਜ਼ਤ ਵੀ ਬਚਾ ਦਿੱਤੀ। ਹੋਏ ਜਿਹੜਾ ਵਿਖਾਵੇ ਲਈ ਵੀ ਕਿਤੇ ਬੈਠਾ ਹੈ, ਮੈਂ ਕਹਿੰਦਾ ਰੱਬ ਇੰਨਾ ਦਿਆਲੂ ਹੈ, ਉਸ ਵਿਖਾਵੇ ਵਾਲੇ ਨੂੰ ਅਸਲੀਅਤ ਵਿੱਚ ਬਦਲ ਦਿੰਦਾ। ਮਹਾਰਾਜ ਨੇ ਕਿਹਾ, ਰਿਪ ਕੰਨਿਆ ਕਾ ਕਾਰਨੇ ਇੱਕ ਭਇਆ ਭੇਗ ਧਾਰੀ ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ। ਰਸਨਾ ਨਾਲ ਮਹਾਰਾਜ ਕਹਿੰਦੇ ਆ, ਇਹ ਮਨ ਈਟੀ ਖਾਤ ਕਰੋ ਪੁਨ ਨੇਤਰੋ ਨੀਂਦ ਨਾ ਆਵੈ ਰਸਨਾ ਨਾਮ ਜਪੋ ਤਾਂ ਮਤਿਆ ਇਨ ਬਿਦ ਅੰਮ੍ਰਿਤ ਪਾਓ। ਇਸ ਤੁਕ ਨੂੰ ਮੈਂ ਅੱਜ ਤਾਂ ਲਿਆ ਕਿਉਂਕਿ ਬਹੁਤ ਜ਼ਿਆਦਾ ਗਿਣਤੀ 'ਚ ਪੇਂਡੂ ਖੇਤਰ ਵਿੱਚ ਇਹ ਕਥਾ ਸੰਗਤ ਬਹੁਤ ਧਿਆਨ ਨਾਲ ਸੁਣ ਰਹੀ ਹੈ ਤੇ ਪਿੰਡਾਂ ਵਿੱਚ ਇਹ ਗੱਲ ਮੇਰੀ ਬੜੀ ਛੇਤੀ ਸਮਝੀ ਜਾਏਗੀ। ਮਹਾਰਾਜ ਨੇ ਜਿਹੜੀਆਂ ਉਦਾਹਰਨ ਦਿੱਤੀ ਹੈ ਕਿ ਜਦੋਂ ਦੁੱਧ ਜਾਗ ਲਾ ਦੀ ਹੈ, ਮੰਨ ਲਓ ਦੁੱਧ ਰਾਤ ਨੂੰ ਗਰਮ ਕੀਤਾ, ਠੰਡਾ ਕਰਕੇ ਜਾਗ ਲਾ ਦਿੱਤੀ ਤੇ ਉਹਨੂੰ ਜਾਗ ਲਾ ਕੇ ਵੀ ਆਪਾਂ ਕਹਿੰਦੇ ਆ 10 ਘੰਟੇ ਨੂੰ ਪਿਆ ਰਹਿਣ ਦਿਓ ਤਾਂ ਜੰਮੇਗਾ। ਇੱਕ ਦੁੱਧ ਨੂੰ ਵੀ ਟਿਕਾ ਚਾਹੀਦਾ ਮੱਖਣ ਤੱਕ ਪਹੁੰਚਣ ਦੇ ਲਈ, ਜੰਮਣ ਲਈ। ਹੁਣ ਜਦੋਂ ਉਹ ਟਿਕ ਜਾਂਦਾ ਹੈ, ਸਵੇਰੇ ਬੀਬੀ ਮਧਾਣੀ ਪਾਉਂਦੀ ਸੀ, ਬਿਜਲੀ ਵਾਲੀ ਨਹੀਂ ਹੱਥਾਂ ਵਾਲੀ। ਹੁਣ ਉਹਨੇ ਮਧਾਣੀ ਦਾ ਫੁੱਲ ਥੱਲੇ ਹੈ, ਉਸ ਚਾਟੀ ਦੇ ਵਿੱਚ ਹੱਥ ਆਪਣੇ ਨਾਲ ਇੱਟੀਆਂ ਪਕੜੀਆਂ ਨੇ, ਇੱਟੀਆਂ ਨੇਤਰੇ ਨਾਲ ਵੱਜੀਆਂ ਨੇ, ਰੱਸੀ ਨਾਲ ਵੱਜੀਆਂ ਨੇ। ਉਹ ਕਦੀ ਖੱਬੇ ਕਦੀ ਸੱਜੇ ਇਸ ਢੰਗ ਦੀ ਕਿਰਿਆ ਕਰਕੇ, ਇਸ ਤਰ੍ਹਾਂ ਹੱਥ ਦੇ ਐਕਸ਼ਨ ਕਰਕੇ ਉਸ ਫੁੱਲ ਨੂੰ ਘੁਮਾਉਂਦੀ ਹੈ। ਲੱਕੜ ਵਾਲਾ ਫੁੱਲ ਜੰਮੇ ਹੋਏ ਦਹੀਂ ਵਿੱਚ ਖੱਬੇ ਸੱਜੇ ਘੁੰਮਦਾ ਹੈ, ਪਰ ਜਿੰਨੀ ਦੇਰ ਤੱਕ ਮੱਖਣ ਉੱਤੇ ਨਹੀਂ ਆ ਜਾਂਦਾ ਉਹ ਬੀਬੀ ਇੱਟੀਆਂ ਨੂੰ ਨਹੀਂ ਛੱਡਦੀ। ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ, ਉਹ ਰਸਨਾ ਨਾਲ ਜਦੋਂ ਜਪੇਗਾ
इस मन दे फुरनिਆਂ ਨੂੰ इंज घुट के पकड़ी जिवें मक्खन नतारन वास्ते एक बीबी ਲੱਕੜ ਦੀਆਂ ਗੁੱਲੀਆਂ ਇੱਟੀਆਂ नहीं सड़दी, जो ਇੱਟੀਆਂ पकड़ के रगड़े ਤੇ उस मधानी ਦੇ फुੱਲ ਨਾਲ मक्खन उत्ते आ जाता है। प्यारे ਜਦੋਂ मन ਨੂੰ ਟਿਕਾ ਕੇ तू रसना ਦੀ मधानी ਨੂੰ कमाएगा, सच्चे वे इस रसना ਦੀ मधानी ਦੇ फुੱਲ ਨਾਲ तेरे शरीर विचों अमृत बाहर आएगा। महाराज ने कहा ए मन ईटी खात करो, फुन नेत्रो नींद ना आवे, रसना नाम जपो ता बथिया, इन बिद अमृत पावो। मैं आपनू बेनती की ये एवें गल्लां च ना पईए जी रसना नाल की हो सकदा है। गुरु कहंदा है रसना नाल गाल कढीए, रसना नाल फिक्का बोलीए ते सारे घर विच कलेश पै जांदा है, ते जे रसना नाल वाहिगुरू जपिया जाएगा ठंड नहीं पैगी। महाराज ने कहा नानक फिक्का बोलिया तन मन फिक्का होए। इत्थे अज गुरु जी ने कहा भाई तुसीं उहदे गीत गाओ, गुरु तेग बहादुर साहब कहंदे उहनूं गाओ ते दूजी गल उहनूं सुणो। पहला गाना फिर सुनना। मैं इस सुनते शब्द के अर्थ केवल बाहरमुखी कन्ना दे नहीं आपां करांगे। बाहरमुखी कहण क्या करन सुनो खर नाम। गुरमुखो जदों आपां नाम की गल करने आ, सिमरन की गल करने आ, जिहड़ा अभ्यासी रूटीन च इस नूं जपदा है, गुरु ग्रंथ साहिब कहंदा ओहदी ज़बान नूं इस तरह स्वाद आउंदा है जिवें गां दा वच्छा गां नूं चुंघदा है। ये गुरु ग्रंथ साहिब च एक बचन है। भगत नामदेव कहंदा लोको तुसी कहंदे हो मैं राम बोलना जबान नाल, कहंदे जैसे गाय का बादशाह छूटला, थन चोखता माखन गूटला, जिवें गां दा वच्छा ऐ पूरी तरह उस दुध नूं थणा दे नूं चुंघदा है। कहंदे जदों मैं राम राम बोलना मैनूं इस तरह आनंद पिया आउंदा है जिवें गां दा वच्छा चुंघदा है। महाराज जी ने कहा इहदा रस है, ये इस तरह स्वाद मान लो। एक बचन आउंदा है लोयण रत्ते लोयणी कन्नी सुरत समाए, जीव रसायन चूनड़ी रत्ती लाल लवाए। प्यारिओ अंदर रत्या गया ते जीव उस परमात्मा दे नाम नूं चुंघदी है, उस नूं चूस रही है। मैं इस करके बेनती की जी, गुरु जी ने पहली गल कही कि रसना नाल तुसी जपो, फिर इस बरकत किन्नी वरदी है। कन्ना नाल इहनूं सुनो। प्यारिओ जिन्हां ने जबान नाल गाया, भावें शब्द गाया, कीर्तन गाया, नाम गाया, बाणी गाई, कन्नां नाल सुनिया, मेरा गुरु तेग बहादुर साहब सच्चा पातशाह कहंदा है वो बंदे कदी जमा दे घर नूं नहीं जाणगे। उन्हां दा जम नाल की वास्ता जी, उन्हां दा दोजक नाल कोई वास्ता नहीं। तेरे नाए रत्ते से जिन गए खार गए से ठगण वालिया, सब इकट्ठे होए आया, घर इकट्ठे च रहिंदे आ। महाराज कहंदे सब इकट्ठे होए आया, घर जासन वाट वटाया, पर जदों तुर लगे उदों रस्ते इकट्ठे थोड़ा ने। मां दे 2-3 पुत्तर धीआं हो सकदियां ने, घर एक हो सकदा है, खाना एक हो सकदा है, सुरत इक्को जी थोड़ा है। घर जासन वाट वटाया, गुरमुख लाहा लै गए, मनमुख चले मूल गवाए जियो। उदाहरणां तां बहुत ने जिन्हां गाया। अज मेरा मन सी मैं सतगुरु गुरु नानक साहब जी दे, भावें कई बारी असीं विचार च मंजी साहब भी उंज भी थां बथां जदों हजूर दा पुरब, क्योंकि सिख कौम ने सारा साल मनाना है, परमेश्वर दी खेड है जिवें अजकल चल रहा वरतारा। मेरी इच्छा सी कि मैं उस गुरमुख दा जिक्र अज जरूर करां जिन्हें गाया भी, जिन्हें सुनिया भी, जिन्हें बाबा जी नाल मजाक भी कीते, कई बारी रुसिया भी, कई बारी हसिया भी, कई बारी लोकां दे कबूल सुन के अखां भी भरियां। पर उस माई के लाल ने 54 साल मेरे गुरु नानक साहब दे चरनां विच रब दे कीर्तन गाउण दी सेवा कीती। मेरे कहण तो मुराद सन्मानयोग भाई साहब भाई मरदाना जी। मैं थोड़ियां जिहियां उदाहरणां इस करके पहलां दित्तियां भी अपने कोल टाइम जे ते आपां शुरू हो जाइए। छड्डो ना, नितनेम नहीं घटाने चाहिए। हुण कई बारी कई सज्जन कहें वो पहला बड़ा सोहना समा जी जो बड़ी पानी पढ़दे सा, हुण नहीं। तो मैं सोचना हुण ते फिर बदकिस्मती हो गई ना। जे लगा है छड्डी ना, लम्मा पै के जप, बैठ के जप, नींदर आउंदी होवे तां जप, कुर्सी ते जप, टहलदियां जप, चेते रखी लगा रहे ते लगा रहो हरदम कदे ना छोड़। फिर सुनियो, लगा रहे ते लगा रहो हरदम कदे ना छोड़, लगा रहे ते लख दा हटे तां कौडी मोड़। जे लगा रहेगा तो लखां दा हो जाएगा।
ਛੱਡ ਬੈਠਾ ਤੇਰੇ ਕੌਡੀ ਮੁੱਲ ਨਹੀਂ ਉਹ ਪੈਣਾ। ਮੈਂ ਅੱਜ ਆਪ ਨੂੰ ਸਿਰਫ ਇਹ ਬੇਨਤੀ ਕਰਨੀ ਚਾਹੁੰਦਾ ਕਿ ਗਾਉਣ ਵਾਲਾ, ਸੁਣਨ ਵਾਲਾ, ਉਹਦਾ ਟਿਕਾਣਾ ਕੀ ਇਹ ਜਮਾਂ ਦਾ ਘਰ ਹੈ? ਨਹੀਂ। ਸ਼੍ਰੀਮਾਨ ਭਾਈ ਸਾਹਿਬ ਭਾਈ ਮਰਦਾਨਾ ਜੀ, ਕਿਉਂਕਿ ਸਾਡੇ ਕੋਲ ਜਿਹੜੀ ਤਵਾਰੀਖ ਵਿੱਚ, ਕਾਵਕ ਗ੍ਰੰਥਾਂ ਵਿੱਚ ਹੋਰ ਤਰੀਕੇ ਨਾਲ ਲਿਖਿਆ, ਮੈਂ ਅਕਸਰ ਕਹਿੰਦਾ ਸਿੱਖਾਂ ਦੀ ਭਗਤ ਮਾਲ, ਜਿਹਦੀ ਵਿਆਖਿਆ ਕਿਹਾ ਜਾਂਦਾ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਕੀਤੀ ਉਹਦੀ, ਉਸ ਵਿੱਚ ਭਾਈ ਮਰਦਾਨਾ ਸਾਹਿਬ ਦਾ ਜ਼ਿਕਰ ਜਦੋਂ ਆਉਂਦਾ ਹੈ, ਖਾਸ ਕਰਕੇ 2 ਵਾਰੀ ਭਾਈ ਗੁਰਦਾਸ ਸਾਹਿਬ ਜੀ ਨੇ ਨਾਮ ਲਿਆ ਹੈ। ਇੱਕ ਨਾਮ ਲਿਆ ਹੈ ਕਿ ਭਲਾ ਰਬਾਬ ਵਜਾਏ ਦਾ ਮਜਲਿਸ ਮਰਦਾਨਾ ਮਿਰਾਸੀ, ਭਲਾ ਰਬਾਬ ਵਜਾਏ ਦਾ ਮਜਲਿਸ, ਮਜਲਿਸ ਦਾ ਅਰਥ ਇਕੱਠ, ਸਮੂਹ, ਸੰਗਤ, ਜਿਹਨੂੰ ਫਾਰਸੀ ਹਜ਼ੂਮ ਕਹਿੰਦੇ। ਭਾਈ ਮਰਦਾਨਾ ਸੰਗਤ ਵਿੱਚ ਬੜੀ ਸੋਹਣੀ ਰਬਾਬ ਵਜਾਉਂਦਾ ਹੈ। ਤੇ ਮਿਰਾਸੀ, ਮਿਰਾਸ ਸਾਂਭਣ ਵਾਲਾ, ਕੁਰਸੀ ਨਾਮੇ ਰੱਖਣ ਵਾਲਾ, ਭਲਾ ਰਬਾਬ ਵਜਾਏ ਦਾ ਮਜਲਿਸ ਮਰਦਾਨਾ ਮਿਰਾਸੀ। ਤੇ ਇੱਕ ਭਾਈ ਸਾਹਿਬ ਨੇ ਦੂਜਾ ਸ਼ਬਦ ਵਰਤਿਆ ਹੈ ਕਿ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਆਕਾਰ ਰੂਪ, ਦੂਜਾ ਰਬਾਬੀ ਮਰਦਾਨਾ। ਦੇਖੋ ਇਹ ਮਿਲਣੀ ਕੈਸੀ ਹੋਈ। ਇਹ ਮੈਂ ਬੇਨਤੀ ਨਨਕਾਣਾ ਸਾਹਿਬ ਵੀ ਕੀਤੀ, ਕਿਉਂਕਿ ਮੈਨੂੰ ਪਤਾ ਹੈ ਇਹ ਸੰਗਤ ਨਨਕਾਣਾ ਸਾਹਿਬ ਵੀ ਰੋਜ਼ ਕਥਾ ਸੁਣ ਰਹੀ ਹੈ। ਕੱਲ ਅੰਮ੍ਰਿਤ ਵੇਲੇ 2:30 ਵਜੇ ਸਨਮਾਨਯੋਗ ਭਾਈ ਗੋਬਿੰਦ ਸਿੰਘ ਜੀ ਆਪਣੇ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ, ਉਹਨਾਂ ਦਾ ਫੋਨ ਵੀ ਆਇਆ, ਕਹਿੰਦੇ ਭਾਈ ਸਾਹਿਬ ਰਾਤੀ ਤੁਹਾਂ ਕੱਲ੍ਹ ਕਿ ਪਰਸੋਂ ਦਾ ਕਰਤਾਰਪੁਰ ਦਾ ਜ਼ਿਕਰ ਕੀਤਾ, ਜਿਹੜੇ ਕਈ ਲੰਬੇਰੇ ਸਮੇਂ ਤੋਂ ਉੱਥੇ ਸੇਵਾ ਕਰ ਰਹੇ। ਮੈਂ ਆਪ ਨੂੰ ਇਹ ਬੇਨਤੀ ਨਨਕਾਣਾ ਸਾਹਿਬ ਵੀ ਕੀਤੀ ਸੀ। ਮੈਂ ਕਹਿੰਦਾ ਉਹ ਵਣਾ 'ਚ ਜਦੋਂ ਤੁਰਦੇ ਹਾਂ, ਚਲੋ ਥੋੜ੍ਹੇ ਜਿਹੇ ਰਹਿ ਗਏ, ਹੁਣ ਤਾਂ ਬਹੁਤ ਸ਼ਿੰਗਾਰ ਸ਼ਿੰਗੂਰੇ ਨਹੀਂ, ਸਟੇਜ ਲੱਗੀ ਏ, ਇਸ ਤਰ੍ਹਾਂ ਦੀ ਡੈਕੋਰੇਸ਼ਨ ਹੋਣੀ ਹੈ, ਕੁਝ ਹੋਣਾ ਚਾਹੀਦਾ। ਨਹੀਂ ਪਿਆਰਿਓ, ਬਾਬਾ ਰੇਤ ਦੇ ਉੱਤੇ ਚੌਂਕੜਾ ਮਾਰ ਕੇ ਬਹਿ ਜਾਂਦਾ ਸੀ, ਦੁਪਹਿਰੇ ਵਣ ਦੀ ਛਾਂ ਹੁੰਦੀ ਸੀ, ਅਤੇ ਇਕੱਲਾ ਕੋਲ ਬੈਠਾ ਮਰਦਾਨਾ ਤਾਰ ਛੇੜਦਾ ਸੀ। ਬਾਬਾ ਉਸ ਕੁਦਰਤ ਵਿੱਚ ਕਾਦਰ ਦੇ ਗੀਤ ਗਾਈ ਜਾਂਦਾ ਸੀ। ਵੇਖੋ, ਜਿੱਦਣ ਪਹਿਲੇ ਦਿਨ ਮਿਲਾਪ ਹੋਇਆ, ਭਾਈ ਮਨੀ ਸਿੰਘ ਜੀ ਜਿਹੜੇ ਸ਼ਬਦ ਲਿਖੇ, ਪਰ ਆਪਾਂ ਯਾਦ ਰੱਖਿਓ ਪ੍ਰਕਰਨ ਇਹ ਵੇ ਕਿ ਗਾਉਣ ਵਾਲਾ ਅਤੇ ਸੁਣਨ ਵਾਲਾ ਜਮਾਂ ਦੇ ਘਰ ਨੂੰ ਨਹੀਂ ਜਾਂਦਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਪਏ, ਆਪਾਂ ਨੂੰ ਤਾਂ ਹੋਰ ਪਤਾ ਕੋਈ ਨਹੀਂ। ਇੱਥੋਂ ਤੱਕ ਗੁਰੂ ਅਰਜਨ ਦੇਵ ਕਹਿੰਦੇ ਆ, ਇੱਕ ਕੰਮ ਹੋਰ ਕਰ ਲਈ, ਅੰਦਰੋਂ ਧੁਰ ਤੋਂ ਗਾਈ, ਕੰਨਾਂ ਨਾਲ ਸੁਣੀ, ਅੱਖਾਂ ਨਾਲ ਦੇਖੀ, ਜਦੋਂ ਤੇਰਾ ਅੰਦਰ ਰੰਗਿਆ ਗਿਆ, ਤੂੰ ਸਰੀਰ ਛੱਡ ਕੇ ਬਾਅਦ ਜਾਏਗਾ, ਕਰਤਾਰ ਦੀ ਦਰਗਾਹ ਵਿੱਚ ਗੁਰੂ ਤੇਰੀ ਥਾਂ ਪਹਿਲਾਂ ਰਿਜ਼ਰਵ ਕਰ ਦੇਗਾ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਨਣਾ ਗੁਰ ਨਾਉ, ਜੇਵਾ ਗੁਣ ਗੋਬਿੰਦ ਭਜੋ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਨਣਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ, ਦਰਗਹਿ ਪਾਈਐ ਠਾਉ, ਦਰਗਹਿ ਪਾਈਐ ਠਾਉ, ਪਰ ਹੈ ਨਾ ਜਮ ਕਹਿਤਾ। ਵਣ ਥੱਲੇ ਬੈਠਾ ਮਿਰਾਸੀਆਂ ਦਾ ਮੁੰਡਾ ਹੈ, ਅਤੇ ਉਹ ਗਾ ਰਿਹਾ, ਸੁਰ 'ਚ ਬੜਾ ਗਾ ਰਿਹਾ। ਬਾਬਾ ਜੀ ਉੱਠਦੇ ਆ, ਅਤੇ 10 ਸਾਲ ਭਾਈ ਮਰਦਾਨਾ ਹਜ਼ੂਰ ਤੋਂ ਵੱਡਾ ਹੈ ਉਮਰ ਕਰਕੇ। ਜਦੋਂ ਜਾਂਦੇ ਆ, ਐਡਾ ਸੋਹਣਾ ਗਾਉਂਦਾ ਹੈ, ਹਜ਼ੂਰ ਨੂੰ ਦੇਖ ਕੇ ਉਹ ਬੜੇ ਅਦਬ ਨਾਲ ਖੜਾ ਹੁੰਦਾ। ਉਸ ਘਰ ਦਾ ਮਿਰਾਸੀ ਹੋ। ਅਤੇ ਇਸ ਮਿਰਾਸੀ ਸ਼ਬਦ ਨੂੰ ਮੈਂ ਇੱਕ ਵਾਰੀ ਇਹਦੀ ਅਰਥ ਕਰ ਚੁੱਕਾ ਵਾਂ। ਇਹਨੂੰ ਜਾਤੀ ਨਾਲ ਜੋੜ ਕੇ ਨੀਵੇਂ ਅਰਥ ਨਹੀਂ ਕਰਨੇ। ਹਜ਼ੂਰ ਨੇ ਦੇਖਿਆ ਅਤੇ ਮੁਸਕਰਾ ਕੇ ਕਹਿੰਦੇ ਨੇ, ਵੇ ਮਰਦਾਨਿਆਂ, ਤੈਨੂੰ ਰਾਗ ਦੀ ਸੋਝੀ ਹੈ। ਗਾ ਰਿਹਾ ਸੀ ਉਂਝ ਹੀ ਸੁਰ 'ਚ। ਗੁਰੂ ਨਾਨਕ ਸਾਹਿਬ ਕਹਿੰਦੇ, ਤੈਨੂੰ ਰਾਗ ਦੀ ਸੋਝੀ ਏ ਵੇ ਮਰਦਾਨਿਆਂ, ਤੈਨੂੰ ਰਾਗ ਦੀ ਸੋਝੀ ਹੈ। ਜੇ ਅਸਾਂ ਨਾਲ ਰਹੇ, ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਏ, ਤੇਰਾ ਦੀਨ ਦੁਨੀ ਦੋਈ ਥਾਈਂ ਭਲਾ ਹੋਵੇ। ਵਾਹ ਵਾਹ। ਆਹ ਹੈ ਜੇਵਾ ਗੁਣ ਗੋਬਿੰਦ ਭਜੋ। ਕਹਿੰਦੇ ਨੇ ਜੇ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਏ, ਤੇਰਾ ਦੋਈ ਥਾਈਂ ਭਲਾ ਹੋਵੇ। ਅੱਗੋਂ ਮਰਦਾਨਾ ਬੋਲਦਾ ਹੈ, ਕਹਿੰਦਾ ਬਾਬਾ ਤੂੰ ਤਾਂ ਉਦਾਸੀ ਧਾਰਨ ਕਰੇ, ਮੇਰੇ ਬੱਚੇ ਭੁੱਖੇ ਮਰ ਜਾਣਗੇ। ਮੈਂ ਤਾਂ ਸਿਰਫ ਗਾਨਾ ਵਾ, ਅਸੀਂ ਗਾਨੇ ਆਪਣੇ ਪਰਿਵਾਰ ਦੀ ਪਰਵਰਿਸ਼ ਲਈ, ਪੇਟ ਪਾਲਣ ਲਈ। ਹੱਸ ਕੇ ਬਾਂਹ ਪਕੜ ਕੇ, ਜਿਵੇਂ ਯਾਰ ਨੂੰ ਗਲਵਕੜੀ 'ਚ ਲਈਦਾ ਹੈ, ਹੱਸ ਕੇ ਕਹਿੰਦੇ ਨੇ, ਜਾ ਤੂੰ ਵੀ ਦਾਨਾ ਇਹੋ ਜਿਹੀਆਂ ਗੱਲਾਂ ਕਰਨਾ, ਤੂੰ ਦੀਵਾਨਾ ਹੈ। ਕਿਹੜਾ ਕਿਸੇ ਦੀ ਪਰਵਰਿਸ਼ ਕਰਦਾ, ਖੁਦਾ ਸਭ ਦੀ ਪਾਲਣਾ ਕਰਦਾ ਹੈ। ਅੱਗੋਂ ਕਹਿੰਦਾ ਬਾਬਾ ਤੇਰੇ ਨਾਲ ਰਿਹਾ ਤਾਂ
रोज़ियां दे दिन भुखा मर जाऊँगा, रोजे रखने ने, नमाज पढ़नी है। तो महाराज अगों बहुत सोहनी गल कहंदे ने, साल च किन्नी वारी आउंदे? कहंदे ने महीना एक आउंदे ने, बाकी समा कित्थे हुंदे ने रोज़े? कहंदा खुदा दे घर विच। काहदे लई रखना है? खुदा नूं खुश कर लई। हजूर कहंदे ने, वे मरदानिया, खुदा दा घर संतां दा हिरदा है। सुनो, खुदा दा घर संतां दा हिरदा है। खुदा उत्थे रहिंदा है। जे तू कीर्तन करके रंग रतड़ियां रूहां नूं खुश करेगा, रब खुश हो जाएगा। गुरमुख वो चलिया, उसने 54 साल में लफ्ज वरते ने, कुछ 50 कहंदा, कोई 48 कहंदा। उस गुरमुख ने 54 साल कीर्तन किया, गाया उन्हें। कीर्तन बड़ी वड्डी रब दी दात है। मैं तो कई बार आसना भी असीं कथा करने आ, पढ़ना पैंदा खब्बे सज्जे भी। मैं कहना कीर्तन करन वालिओ किन्ने खुशकिस्मत हो तुसीं। आपां तो एवें खब्बे सज्जे विचार विचूर के गल च फाह पवा लैने, गलत बोल के। किन्ने चंगे हो। सिद्धा गुरु नानक दा शब्द है ते कदी देखो तो सही, गुरु नानक दी रसना दा शब्द तुहाडी रसना उत्ते निवास कर रहा है। तुसीं उहनूं गाना है। गुरु साहब रसना ते वरदे आ। हजूर सच्चे पातशाह महाराज उन्हां नाल भाई मरदाना तुरदा है। प्यारिओ, इहो जिहा खिरदा उहदा प्रेम च भिजा, उन्हें गाया हजूर लई। ते हालांकि इस्लाम भी जदों असीं गल करने सूफियां विच गायकी नूं बहुत वड्डी थां है। वो कहंदे हुंदे ने, राग अल्लाह दी सद है, जेबा गुण गोबिंद भजो। गाउणा उहनूं, गोबिंद दे गुण गाओ, उहनूं बोलो। वो कहंदे राग अल्लाह दी सद है। रूह नूं अल्लाह दे घरों सदा पैंदा है ते इहदा उत्तर रूह ने देना है कि उस सद विच मदहोश हो जाना, उहदे विच अपना आप भुला देना, समाधि गुड़ोंद हो जाना। एक है रब वल्लों मिली कोई सद दा जवाब देना। फिर राग अल्लाह दी सद है, इहदा उत्तर रूह ने देना है। सुनदियां गाउंदियां अपना आप भुला देना। मैं कई बार सोचना यही कारण कि गुरु नानक साहब जिथे कीर्तन करने, साडी तरह थोड़ा अद्धा घंटा पौना घंटा बस टिक के बह गए। एक पैर लगातार 3 घंटे 4 घंटे कीर्तन किया ते 8 पैर उसे चौंकड़े विच बैठे रहे। उस समाधि भी चले गए। हजूर दे नाल तुरिया भाई साहब, कीर्तन किया, कमाल कर दिती। गाया, जिदन गाया तो एक दिन कहंदा, बाबा जो असी गावदे हैं यही शब्द है? महाराज कहते हैं, खां मरदानिया, यही शब्द है। ये लैके जाएगा करतार दे घर नूं। कीर्तन किया। डॉक्टर बलबीर सिंह कहंदे उहनूं मैं की कहाँ? तेरा मित्र कहाँ? तेरा यार कहाँ? तेरा गवैया कहाँ? तेरा वजंतरी कहाँ? तेरा सखा कहाँ? कहंदे ने मैं केड़ा शब्द भाई मरदाना जी, गुरु नानक साहब जी, तुहाडे लई, इस तुहाडे साथी लई केड़ा शब्द वरतां? वो तेरा यार भी है, वो तेरा भाई भी है, वो तेरा मित्र भी है, वो तेरा सखा भी है। ते सच एवे सब तो वड्डी तू किरपा कीती, वो कीर्तन दा भोजन तेरे लिए हर वक्त तैयार रखदा है। किड्डा वड्डा उहदां दी ज़हन च याद शक्ति जी। हुण आपां कथा कीर्तन करने आ, फिर भी कहने चलो वेख लो भी संगत च बोलना है। ते भाई मरदाने नूं ते पता ही नहीं। हुणे रंग रतड़े ने कह देना, मरदानिया छेड़ सूई दी तार, ला सूई राग दी सुर, ला धनासरी दी सुर, ला तुखारी दी सुर। कमाल कर दी। कोई तैयारी नहीं, इशारा करना नाल ही बाबा बाबे दे नाल गाउंदियां भाई मरदाना नाल ही अस्थाई अंतरा चुक लिंदा। मैं बेनती करा, उन्हें गाया 54 साल गाया, बड़ा प्यार लिया बाबा जी का। हसदा भी रहा, मजाक भी करदा रहा। तो मैनूं याद है जदों कौडे ने पकड़ लिया, इन्हां नूं तलन लगे, तो भाई बाला साहब जी कहंदे आ जे महाराज नूं याद किया मरदाना जी ने। भाई बाला जी, मैं फिर किसी दिन बेनती करांगा, ये होया इन्हां दा चलाना जिहड़ा खडूर साहब होया, एवें एडी वड्डी शख्सियत नूं इग्नोर ना करो। बिल्कुल मेरे कोल उन्हां दी जन्म तिथि, उन्हां दा चलाना, जन्म स्थान, जिथे शरीर छड्डिया उहदा सारा साडे कोल हिस्टरी। भाई बाला जी कहंदे आ, महाराज जी रहन दिओ, लड़ पैंदा, क्योंकि कई बारी कह देना ने बाबा पकड़ अपनी रबाब मैं चलना वा। कहना हुण फसिया रहन दिओ। उत्थे सतगुरु दे बचन सुनने वाले ने,
कहते ने मरदानिया ए बालिया भाई बाला चेते रखी, जिदी मैं बांह पकड़ ला तां की होया रुस के चला गया, मेरा है ना मैं इत्थे बांह कदी छड्डांगा, ना करतार दी दरगाह भी छड्डांगा। ऐसा है मेरा गुरु नानक। महाराज कहंदे बाला भुजा गहे की लाजा, ये बांह पकड़ी, मैं पकड़े हुए दी शर्म रखनी, मैं बांह नहीं देख रहा किदी बांह, मैं अपना हाथ देख रहा वा। बाला भुजा गहे की लाजा, पुन अपना है उन संकाजा, नितापति रबाब वजावे, कर कीर्तन वो मोह रिजावे। प्रिंसीपल गंगा सिंह ने एक कवित लिखिया सी, उन्हें लिखिया भाई साहब बारे, घल के फिरंदे टिग रबाब सी, मंगाया पहला आप ही सिखाया, उन्होंने आउंदा ना बजाना सी, चारे कुंडी तार वजी, जंगली पहाड़ी थली, सुनी होया पार रहा आवन ना जाना सी, सज्जन जय ठग जग लोधी जय काबरा ने, बाबर जय जाबरा ने, सुनिया तराना सी, बाबे दा रबाबी रब आबी पिन्नी तार, जिदी नाम मरदाना जग तार ने बहाना सी। प्यारे नाम मरदाना जग तार ने बहाना सी, सारी जिंदगी गाया। इस विच हिस्टरी विच ठीक है 1534 भाई साहब चलाना करते हैं, वो वेला करतारपुर का बनता है। कुछ हिस्टरी कहती है खुर्रम दरिया की, कुछ कहती है करतारपुर के चलाने की 1534 उत्थे बनेगा। पर मैं एको गल करांगा, अज साथी मित्र जिन्हें सारी जिंदगी शब्द गाया, पर न जम कै धाम, मैं ये लई है गाइए सुनिए, ਇਹਦਾ फल साडे वड्डियां ने भी पाया, अज भी मिलेगा। झोली च सिर रखिया महाराज जी ने मरदाना साहब जी का, ते मत्थे ते हथ रखिया, कहंदे ने वे मरदानिया नेत्र खुले। हुण ये खुशकी च ना ले जाना, गुरु का हिरदा पत्थर नहीं, वो तो इतों तक कहंदा है कि सज्जन मेरे रंगले जाए सुते जीरान, हम पी वंजा डूमनी रोवां चीनी बाण। नेत्र खोले जी सतगुरु, कहंदे आ तेरे जान तो बाद तेनू दाग ब्राह्मण वाला दईए, जल प्रवाह करिए, खतरी की तरह अगन च भेंट कर दईए, फैश की तरह बाहर रख दईए, शूदर की तरह किते जमीन च दब दईए। ये भाई मनी सिंह की जन्म साखी दे बोल ने जिहड़ी मैं कर रहा गल। जदों 3-4 वारी पुछया किवें करिए, नेत्र खुले, वेख्या जी गोदी सतगुरु दी, ते सतगुरु दा चेहरा वेख के अखां बराग नाल भर गईयां, अखां मुंद गईयां, दोनों पासियों नीर आया। हजूर ने पुंज के क्या मरदानिया दस बई किवें? कहंदा वाह बाबा अजे भी शरीर दियां गल्लां सुनियो, अजे भी शरीर दियां गल्लां। हजूर कहंदे तेरे जान तो बाद कब्र दफना, पत्थर लवाइए लोग पूजणगे मन्नणगे। भाई मनी सिंह कहंदे नेत्र खोले ते शब्द पता है कि कहंदा बाबा बड़े प्यार च, बाबा तेरा शब्द गा के इस चमड़े की कब्र विचों निकलन लगा, चमड़े की कब्र चों निकल लगा, चम की कब्र चों कढ़ के पत्थरां की कब्र च मत डकी, कित्थे फिर तेनू थां? कहंदा बाबा जिथे तेरा वासा होवेगा उत्थे अपने रबाबी का वासा कर दे। महाराज कहें तू ब्राह्मण होया, तू ब्रह्म नूं पछाता। मैं आपनूं बेनती करा कैसा चलाना है उसका। 54 साल थोड़े नहीं होंदे जिंदगी दे। कीर्तन करने वाला अंतला समा हुंदा सच एवे किसे कबर च नहीं, किसे रावी च नहीं, किसे खुरम दरिया च, ते दृष्टमान दियां गल्लां ने। बाबे दे विच ही मरदाना समा गया। मैं आपनूं बेनती करांगा गुरमुखो, गुरु तेग बहादुर साहब कहंदा रसना नाल गाओ, उहनूं जपो, सिमरन करो, बोलो उहनूं ते कन्नां नाल सुनो। किते 15 मिनट बोलिया करिए, 5 मिनट ही लो, 5 मिनट बोल के वाहिगुरू वाहिगुरू जां शब्द बोल के, उस तो बाद जबान बंद करके कन्नां नाल सुनिए। वो बोलिया होया अंदर शब्द चलदा है। जदों वो शब्द सुनना शुरू हो जाए उन्होंने गुरु कहंदा नानक भगतां सदा विगास, सुनिया दूह पाप का नाश। महाराज सच्चे पातशाह कह रहा जेहबा गुण गोबिंद भजो, जबान नाल गोबिंद दे गुणां नूं याद करो, करन सुनो हर नाम,
ਕੰਨਾਂ ਨਾਲ ਖਰੀਦੇ ਨਾਮ ਨੂੰ ਸੁਣੋ, ਜ਼ਬਾਨ ਨਾਲ ਬੋਲੋ, ਕੰਨਾਂ ਨਾਲ ਸੁਣੋ। ਕਹੋ ਨਾਨਕ ਸੁਣ ਰੇ ਮਨਾ, ਮੇਰੇ ਮਨਾ ਸੁਣ, ਪਰ ਨਾ ਜਮ ਕੈ ਧਾਮ। ਇਸੇ ਕਰਕੇ ਗੁਰੂ ਜੀ ਨੇ ਕਿਹਾ, ਜੇ ਸਾਧੂ ਗੋਬਿੰਦ ਭਜਨ ਪਰ ਨਾ ਜਮ ਕੈ ਧਾਮ। ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਧਰਮਰਾਜ ਕਹਿੰਦਾ ਜਮਦੂਤਾਂ ਨੂੰ, ਨਾ ਹਉ ਅਣੈ ਤੂੰ ਨਾ ਛੁਟੈ, ਨਿਕਟ ਨਾ ਜਾਈਓ ਦੂਤ। ਗੁਰਮੁਖੋ ਜਪਣ ਵਾਲੀਆਂ ਰੂਹਾਂ ਕਰਤਾਰ ਵਿੱਚ ਸਮਾ ਜਾਂਦੀਆਂ ਨੇ। ਆਪਾਂ ਇਹਨਾਂ ਦੋ ਗੱਲਾਂ ਨੂੰ ਲਾਗੂ ਕਰਦੀ, ਜਿਹੜੇ ਕਰ ਰਹੇ ਆ ਬੜੀ ਚੰਗੀ ਗੱਲ, ਜਿਹੜੇ ਨਹੀਂ ਆਪਾਂ ਸਾਰੇ ਜਿੰਨਾ ਥੋੜ੍ਹੇ ਥੋੜ੍ਹਾ ਹੁਣ ਤਾਂ ਸਮਾਂ ਹੀ ਬੜਾ, ਵੱਧ ਤੋਂ ਵੱਧ ਆਪਾਂ ਜਪ ਸਕੀਏ, ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰੋ। ਮੇਰੇ ਤੋਂ ਲਫ਼ਜ਼ ਤਲਫ਼ਜ਼ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਆਪ ਜੀ ਨੇ ਬਖਸ਼ ਦੇਣਾ।